ਕਿਉਂ ਇੰਨੀ ਤਿਆਰੀ ਜਿਹੜੀ ਹੈ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਕੀਤੀ ਗਈ ਹੈ? ਕੀ ਪੁਲਿਸ ਦੇ ਦਿਮਾਗ 'ਚ ਹੈ? ਕੀ ਸਰਕਾਰ ਦੇ ਦਿਮਾਗ ਦੇ ਵਿੱਚ ਹੈ? ਕੀ ਰਣਨੀਤੀ ਹੈ ਅਗਲੀ ਸਰਕਾਰ ਦੀ ਕਿ ਉਹਨਾਂ ਨੇ ਐਡੇ ਵੱਡੇ ਤਰੀਕੇ ਨਾਲ ਜਿਹੜੀ ਹੈ ਉਹ ਬੈਰੀਕੇਡਿੰਗ ਜਿਹੜੀ ਕਰ ਦਿੱਤੀ ਹੈ ਔਰ ਇੰਨੀ ਫੋਰਸ ਲਗਾ ਦਿੱਤੀ ਹੈ। ਜਿਹੜੇ 56 ਇੰਚ ਦਾ ਸੀਨਾ ਆ ਉਹ ਜਾਂ ਤੇ ਫਿਰ ਛੋਟਾ ਹੁੰਦਾ ਜਾ ਰਿਹਾ ਜਾਂ ਕੋਈ ਨਾ ਕੋਈ ਕਿਤੇ ਦਿੱਕਤ ਹੈਗੀ ਹੈ। ਹੁਣ ਕੈਪਟਨ ਸਾਹਿਬ ਨੇ ਜਿਸ ਤਰੀਕੇ ਨਾਲ ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਸੱਦੀ, ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਔਰ ਏਜੰਡਾ ਜਿਹੜਾ ਸੀ ਮੀਟਿੰਗ ਦਾ, ਉਸ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹੀ ਕਿਹਾ ਹੈ ਵੀ ਅਸੀਂ ਸਿਆਸਤ ਨੂੰ ਕੁਝ ਸਮੇਂ ਲਈ ਪਰੇ ਰੱਖ ਕੇ ਅਸੀਂ ਸਿਰਫ ਔਰ ਸਿਰਫ ਫੋਕਸ ਕਰਨਾ ਚਾਹੁੰਦੇ ਹਾਂ ਵੀ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹਦਾ ਹੱਲ ਕਰਵਾਈਏ। ਤਿੰਨ ਮਿਨਿਸਟਰ ਫਟਾਫਟ ਹੋਮ ਮਿਨਿਸਟਰ ਕੋ ਭੇਜਦੇ ਕਿ ਦੱਸੋ ਸਾਨੂੰ ਜਿਹੜੇ ਇੰਨੇ ਸਾਡੇ ਬੱਚੇ ਆਦਮੀ ਜਿਹ 'ਚ 6 ਤੇ ਵੱਡੀ ਉਮਰ ਦੇ ਬੰਦੇ ਆ, 2 ਮਾਈਨਰ ਹੈਗੇ ਆ, ਬਾਕੀ 122 ਬੰਦਿਆਂ ਦੀ ਲਿਸਟ ਦਾ ਪਤਾ ਲੱਗਾ ਕਿ ਜਿਹੜੇ 26 ਜਨਵਰੀ ਦੀ ਘਟਨਾ ਦੇ ਵਿੱਚ ਅਰੈਸਟ ਹੈਗੇ ਆ। ਜਿਹੜੇ ਕੈਪਟਨ ਸਾਹਿਬ ਹੈਗੇ ਆ ਉਹ ਆਪਣੀ ਪੁਲਿਸ ਨੂੰ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਮਦਦ ਲਈ, ਉਹਨਾਂ ਦੀ ਪ੍ਰੋਟੈਕਸ਼ਨ ਲਈ, ਜਿਵੇਂ ਉਹਨਾਂ ਤੇ ਹਮਲਾ ਹੋਇਆ, ਉਹ ਆਪਣੀ ਪੁਲਿਸ ਨੂੰ ਕਿਉਂ ਨਹੀਂ ਭੇਜਦੇ? ਹੁਣ ਤੱਕ ਪ੍ਰੋਫੈਸਰ ਸਾਹਿਬ ਸਿਆਸਤਦਾਨ ਜਿਹੜੇ ਨੇ ਉਹ ਅੰਦੋਲਨ ਤੋਂ ਪਰੇ ਹੀ ਰੱਖੇ ਗਏ ਤੇ ਜਿਸ ਤਰੀਕੇ ਨਾਲ ਹੁਣ ਕੈਪਟਨ ਸਾਹਿਬ ਨੇ ਮੀਟਿੰਗ ਬੁਲਾ ਲਈ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ, ਆਪੋ ਆਪਣੇ ਵਿਚਾਰ ਰੱਖੇ ਔਰ ਕਿਸਾਨਾਂ ਦੀ ਆਵਾਜ਼ ਬਣਨ ਦੀ ਜਿਹੜੀ ਹੈ ਉਹ ਗੱਲਬਾਤ ਛੇੜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਦੇ ਆ, ਤੁਹਾਨੂੰ ਲੱਗਦਾ ਕਿ ਇਸ ਗੱਲ ਦਾ ਕੋਈ ਅਸਰ ਹੋਏਗਾ ਕਿ ਜਿਹੜਾ ਜਿਸ ਤਰੀਕੇ ਨਾਲ ਜਿਹੜਾ ਏਜੰਡਾ ਉਲੀਕਿਆ ਗਿਆ? ਪਰ ਜੇ ਬੰਦਾ ਬਿਲਕੁਲ ਹੀ ਢੀਠ ਹੀ ਹੋ ਜਾਏ ਤੇ ਫਿਰ ਉਹਦਾ ਕੀ ਲੈਣਾ ਦੇਣਾ? ਉਹਦਾ ਤੁਸੀਂ ਵਿੱਚੇ ਕਹਿ ਰਹੇ ਸੀ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਅਸਰ ਕਰੂਗੀ। ਕਿਸਾਨਾਂ ਨੇ, ਯੂਨੀਅਨਾਂ ਨੇ ਵੀ ਆਪਣੇ ਤਲਖ ਤਜਰਬੇ ਤੋਂ, ਇਤਿਹਾਸਕ ਤਜਰਬੇ ਤੋਂ ਇਹ ਗੱਲ ਦਾ ਫੈਸਲਾ ਲਿਆ ਸੀ ਕਿ ਇਹਨਾਂ ਨੂੰ ਅਸੀਂ ਜਿਵੇਂ 100 ਮੀਟਰ ਨੇੜੇ ਨਹੀਂ ਆਉਣ ਦੇਣਾ। ਆਪਣੀ ਰੈਲੀ ਦੇ ਵਿੱਚ 100 ਮੀਟਰ ਦੀ ਰੇਂਜ ਵਿੱਚ ਆ ਗਏ ਤੇ ਫਿਰ ਅਸੀਂ ਇਹਨਾਂ ਨੂੰ ਭਜਾਵਾਂਗੇ। ਜਿਹੜੇ ਲੀਡਰ, ਪਾਰਟੀਆਂ ਦੇ ਲੀਡਰ ਆ, ਬਿੱਟੂ ਤੇ 2 ਵਾਰੀ ਹਮਲੇ ਹੋਏ, ਚਾਹੇ ਸਿੰਘੂ ਬਾਰਡਰ ਹੈ, ਚਾਹੇ ਗਾਜ਼ੀਪੁਰ ਬਾਰਡਰ ਦੀ ਗੱਲ ਕਰ ਲਈਏ ਤੇ ਚਾਹੇ ਟਿਕਰੀ ਬਾਰਡਰ ਦੀ, ਇਹ ਇੰਨੀ ਫੋਰਸ ਜਿਹੜੀ ਲਗਾਈ ਜਾ ਰਹੀ ਕਿਉਂਕਿ ਹੁਣ ਹਜੇ ਤੱਕ ਤਾਂ ਕਿਸਾਨਾਂ ਦਾ ਦਿੱਲੀ ਦੇ ਵਿੱਚ ਵੜਨ ਦਾ ਕੋਈ ਪਲਾਨ ਨਹੀਂ ਹੈ। ਕੋਈ ਉਹਨਾਂ ਨੇ ਆਪਣੀ ਅਨਾਉਂਸਮੈਂਟ ਨਹੀਂ ਕੀਤੀ ਵੀ ਜੀ ਅਸੀਂ ਇਸ ਦਿਨ ਨੂੰ ਦਿੱਲੀ ਦੇ ਅੰਦਰ ਵੜ ਕੇ ਹੁਣ ਅਸੀਂ ਆਹ ਕਰਨ ਜਾ ਰਹੇ ਹਾਂ, ਤੇ ਉਸਦੇ ਬਾਵਜੂਦ ਵੀ ਇੰਨੀ ਫੋਰਸ ਲਗਾ ਦੇਣਾ, ਇੰਨੀ ਕੰਡਿਆਲੀ ਤਾਰ ਵਿਛਾ ਦੇਣਾ ਔਰ ਇੱਕ ਟਾਕਰੇ ਵਾਲੀ ਸਿਚੁਏਸ਼ਨ ਜੀ ਪੈਦਾ ਕਰਨਾ, ਚੱਲ ਕੀ ਰਿਹਾ? ਪੁਲਿਸ ਕਿਤੇ ਆਪ ਥੋੜੀ ਆ ਜਾਂਦੀ ਹੈ, ਪੁਲਿਸ ਨੂੰ ਕੋਈ ਭੇਜਦਾ ਹੀ ਆ, ਗਾਂ ਪੁਲਿਸ ਦੇ ਅਫਸਰ ਭੇਜਦੇ ਆ ਜਾਂ ਅਫਸਰਾਂ ਨੂੰ ਗਾਂ ਪੋਲੀਟੀਸ਼ੀਅਨ ਕਹਿੰਦੇ ਆ। ਪਰ ਇਹ ਬੜੀ ਹੀ ਇੱਕ ਅਜੀਬ ਜੀ ਹਾਸੋਹੀਣੀ ਗੱਲ ਵੀ ਲੱਗਦੀ ਆ ਤੇ ਬੜੀ ਇੱਕ ਨਿਰਾਸ਼ਾਜਨਕ ਆਲਮ ਵੀ ਲੱਗਦਾ। ਗੁੱਡ ਮਾਰਨਿੰਗ ਜੀ ਐਂਡ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਕੀ ਹਾਲ ਚਾਲ ਹੈ ਜੀ ਤੁਹਾਡਾ? ਸਾਰਿਆਂ ਦੀ ਸਾਡੇ ਨਾਲ ਜਿਨ੍ਹਾਂ ਦੀ ਮਾਰਨਿੰਗ ਚੜੀ ਹੈ ਉਹਨਾਂ ਨੂੰ ਇਹ ਦੱਸ ਦਈਏ ਕਿ ਜਦੋਂ ਮਾਰਨਿੰਗ ਚੜ੍ਹਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਹਮੇਸ਼ਾ ਰਹਿੰਦਾ ਕਿ ਅਸੀਂ ਜਿਹੜਾ ਅਪਡੇਟ ਹੈ ਦਿਨ ਦਾ, ਉਹ ਅਪਡੇਟ ਜਿਹੜਾ ਅਸੀਂ ਜ਼ਰੂਰ ਲੈ ਲਈਏ। ਸੋ ਅੱਜ ਦੇ ਅਪਡੇਟ ਦੇ ਵਿੱਚ ਸਭ ਤੋਂ ਵੱਡੀ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਪਟਨ ਸਾਹਿਬ ਦੇ ਵੱਲੋਂ ਜਿਹੜੀ ਹੈ ਸਰਬ ਆਲ ਪਾਰਟੀ ਮੀਟਿੰਗ ਜਿਹੜੀ ਸੱਦੀ ਗਈ, ਉਸ ਮੀਟਿੰਗ ਦੇ ਵਿੱਚ ਬਹੁਤ ਕੁਝ ਗੱਲਾਂ ਕੀਤੀਆਂ ਗਈਆਂ। ਸਭ ਤੋਂ ਵੱਡਾ ਇਸ਼ੂ ਜਿਹੜਾ ਹੈ ਉਸ ਦੇ ਉੱਤੇ ਹੀ ਜਿਹੜਾ ਲਗਾਤਾਰ ਗੱਲਬਾਤ ਕੀਤੀ ਗਈ। ਸੋ ਆਲ ਇੰਡੀਆ ਸਰਬ ਪਾਰਟੀ ਜਦੋਂ ਆਲ ਪਾਰਟੀ ਮੀਟਿੰਗ ਜਿਹੜੀ ਹੈ ਸੱਦੀ ਗਈ, ਸਰਬ ਪਾਰਟੀ ਮੀਟਿੰਗ ਸੱਦੀ ਗਈ, ਤਾਂ ਉਸ ਦੇ ਵਿੱਚ ਇੱਕ ਗੱਲ ਕਹੀ ਗਈ ਹੈ ਔਰ ਕੈਪਟਨ ਸਾਹਿਬ ਨੇ ਬਕਾਇਦਾ ਇਹ ਗੱਲ ਕਹੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਥੇ ਇਕਜੁੱਟ ਹੋਣ ਦੀ ਜ਼ਰੂਰਤ ਹੈ ਤੇ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਉਸ ਦੇ ਨਾਲ ਸਾਰਿਆਂ ਨੂੰ ਇਸ ਵੇਲੇ ਖੜੇ ਹੋਣ ਦੀ ਜ਼ਰੂਰਤ ਹੈ ਔਰ ਸਿਆਸਤ ਨੂੰ ਵੀ ਜਿਹੜਾ ਪਿੱਛੇ ਛੱਡਣ ਦੀ ਲੋੜ ਹੈ। ਇਹ ਗੱਲ ਕੈਪਟਨ ਸਾਹਿਬ ਨੇ ਕਹੀ ਹੈ। ਮੀਟਿੰਗ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਸ਼ਾਮਿਲ ਸੀਗੇ, ਬਹੁਤ ਸਾਰੀਆਂ ਗੱਲਾਂ ਰੱਖੀਆਂ ਗਈਆਂ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣਾ ਮੁੱਦਾ ਰੱਖਿਆ ਗਿਆ ਤੇ ਬੀਜੇਪੀ ਹਾਲਾਂਕਿ ਇਸ ਮੀਟਿੰਗ ਤੋਂ ਬਾਈਕਾਟ ਕਰਦੀ ਨਜ਼ਰ ਆਈ, ਉਹ ਇਸ ਮੀਟਿੰਗ ਦਾ ਹਿੱਸਾ ਜਿਹੜਾ ਹੈ ਉਹ ਨਹੀਂ ਬਣ ਪਾਈ। ਤੇ ਇਸ ਤੋਂ ਇਲਾਵਾ ਕੈਪਟਨ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਅਸੀਂ ਮਿਲ ਕੇ ਜਿਹੜਾ ਹੈ ਕਿਸਾਨਾਂ ਦੇ ਇਸ਼ੂ ਨੂੰ ਪ੍ਰਧਾਨ ਮੰਤਰੀ ਤੱਕ ਹੁਣ ਲੈ ਕੇ ਜਾਵਾਂਗੇ ਤੇ ਸਿਆਸਤ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਕੁਝ ਸਮੇਂ ਲਈ ਛੱਡ ਦਈਏ। ਵਧੀਆ ਗੱਲ ਹੈ ਜੇ ਕੈਪਟਨ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਸਿਆਸਤ ਜਿਹੜੀ ਹੈ ਕੁਝ ਸਮੇਂ ਲਈ ਛੱਡ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਹ ਦੱਸ ਦਈਏ ਕਿ ਵੱਡੇ ਅਪਡੇਟ ਦੇ ਵਿੱਚ ਇਹ ਵੀ ਰਿਹਾ ਕਿ ਜਿਸ ਤਰੀਕੇ ਨਾਲ ਚੋਣਾਂ ਦਾ ਹੁਣ ਮਾਹੌਲ ਹੈ ਨਗਰ ਨਿਗਮ ਦੀਆਂ, ਤੇ ਉਸ ਨੂੰ ਲੈ ਕੇ ਜਿਸ ਸੁਖਬੀਰ ਬਾਦਲ ਜਦੋਂ ਗਏ ਨੇ ਜਲਾਲਾਬਾਦ ਪਹੁੰਚੇ ਨੋਮੀਨੇਸ਼ਨ ਦੇ ਲਈ, ਤੇ ਸੁਖਬੀਰ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਦਾ ਵਿਰੋਧ ਹੋਇਆ ਕਾਫੀ। ਉਸ ਦੀ ਜਾਂਚ ਹਾਲਾਂਕਿ ਕਹੀ ਜਾ ਰਹੀ ਹੈ ਕਿ ਕਰਵਾਉਣੀ ਚਾਹੀਦੀ ਹੈ ਕਿ ਹਮਲਾ ਕਰਨ ਵਾਲੇ ਜਿਹੜੇ ਨੇ ਉਹ ਕੌਣ ਨੇ। ਪਹਿਲਾਂ ਤਾਂ ਕਾਂਗਰਸ ਦੇ ਉੱਤੇ ਜਿੰਨੇ ਵੀ ਅਕਾਲੀ ਦਲ ਦੇ ਨੁਮਾਇੰਦੇ ਸੀ ਉਹ ਕਾਂਗਰਸ ਦੇ ਉੱਤੇ ਹੀ ਇਸ ਗੱਲ ਦਾ ਭਾਂਡਾ ਫੋੜਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਕਿਹਾ ਕਿ ਵੀ ਅਸੀਂ ਜਿਹੜੀ ਹੈ ਇਸ ਗੱਲ ਦੀ ਜਿਹੜੀ ਹੈ
ਜਾਂਚ ਵੀ ਕਰਵਾਵਾਂਗੇ। ਸੋ ਇਹ ਤਾਂ ਰਿਹਾ ਜਿਹੜਾ ਸਿਆਸੀ ਪੱਧਰ ਦੇ ਉੱਤੇ ਜੋ ਹਲਚਲ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ ਹੈ, ਉਸੇ ਗੱਲ। ਔਰ ਇਸ ਤੋਂ ਇਲਾਵਾ ਗੱਲ ਕਰ ਲਈਏ ਕਿਸਾਨ ਅੰਦੋਲਨ ਦੀ, ਕਿਸਾਨ ਜਿਹੜੇ ਜੁਟੇ ਹੋਏ ਨੇ ਇਸ ਵੇਲੇ ਸਿੰਘੂ ਬਾਰਡਰ ਦੇ ਉੱਤੇ, ਤਾਂ ਤਸਵੀਰਾਂ ਸਾਡੇ ਸਾਰਿਆਂ ਤੱਕ ਪਹੁੰਚ ਹੀ ਗਈਆਂ। ਸਾਡੇ ਕੋਲ ਵੀ ਵੀਡੀਓ ਹੈ, ਅਸੀਂ ਗੱਲਬਾਤ ਕਰਦੇ ਹੋਏ ਤੁਹਾਨੂੰ ਜ਼ਰੂਰ ਉਹ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਔਰ ਬਕਾਇਦਾ ਖੰਡਿਆਲੀਆਂ ਤਾਰਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ। ਔਰ ਇਹ ਸਭ ਕਿਉਂ ਕੀਤਾ ਜਾ ਰਿਹਾ ਹੈ, ਕਿਉਂ ਇੰਨੀ ਤਿਆਰੀ ਜਿਹੜੀ ਹੈ ਪੁਲਿਸ ਦੇ ਵੱਲੋਂ, ਸਰਕਾਰ ਦੇ ਵੱਲੋਂ ਕੀਤੀ ਗਈ ਹੈ? ਕੀ ਪੁਲਿਸ ਦੇ ਦਿਮਾਗ 'ਚ ਹੈ, ਕੀ ਸਰਕਾਰ ਦੇ ਦਿਮਾਗ ਦੇ ਵਿੱਚ ਹੈ, ਕੀ ਰਣਨੀਤੀ ਹੈ ਅਗਲੀ ਸਰਕਾਰ ਦੀ ਕਿ ਉਹਨਾਂ ਨੇ ਐਡੇ ਵੱਡੇ ਤਰੀਕੇ ਨਾਲ ਜਿਹੜੀ ਹੈ ਉਹ ਬੈਰੀਕੇਡਿੰਗ ਜਿਹੜੀ ਕਰ ਦਿੱਤੀ ਹੈ ਔਰ ਇੰਨੀ ਫੋਰਸ ਲਗਾ ਦਿੱਤੀ ਹੈ? ਆਖਿਰਕਾਰ ਚੱਲ ਕੀ ਰਿਹਾ ਹੈ, ਕੀ ਰਣਨੀਤੀ ਹੈ? ਪ੍ਰੋਫੈਸਰ ਮਨਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਜੀ ਵੈਲਕਮ ਹੈ ਜੀ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸ਼ਹਿਰੀ ਜੀ ਪ੍ਰੋਫੈਸਰ ਸਾਹਿਬ, ਅਸੀਂ ਹਰ ਦਿਨ ਜਦੋਂ ਗੱਲ ਕਰਦੇ ਹਾਂ ਤੇ ਸਾਡਾ ਮੁੱਦਾ ਜਿਹੜਾ ਸ਼ੁਰੂ ਹੁੰਦਾ ਹੈ ਉਹ ਕਿਸਾਨਾਂ ਤੋਂ ਸ਼ੁਰੂ ਹੁੰਦਾ ਹੈ, ਜ਼ਾਹਿਰ ਜੀ ਗੱਲ ਹੈ। ਪਰ ਅੱਜ ਦੀ ਜਿਹੜੀ ਸ਼ੁਰੂਆਤ ਸ਼ੋਅ ਦੀ ਕਰਾਂਗੇ ਅਸੀਂ ਸਿਆਸੀ ਪਾਰਟੀਆਂ, ਕਿਉਂਕਿ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ ਸਿਆਸਤਦਾਨਾਂ ਨੂੰ ਜਿਵੇਂ ਕਿਸਾਨਾਂ ਨੇ ਮੂੰਹ ਨਹੀਂ ਲਗਾਇਆ, ਅੰਦੋਲਨ ਦਾ ਹਿੱਸਾ ਨਹੀਂ ਬਣਨ ਦਿੱਤਾ, ਤੇ ਅਜਿਹੇ ਦੇ ਵਿੱਚ ਜਿਹੜੀ ਹੈ ਕਾਫੀ ਵੱਡੀ ਇਹ ਗੱਲ ਹੈ ਵੀ ਅੱਜ ਅਸੀਂ ਜਿਹੜੀ ਹੈ ਸਿਆਸਤਦਾਨਾਂ ਦੀ ਗੱਲ ਜ਼ਰੂਰ ਕਰ ਲੈਂਦੇ ਹਾਂ। ਹੁਣ ਕੈਪਟਨ ਸਾਹਿਬ ਨੇ ਜਿਸ ਤਰੀਕੇ ਨਾਲ ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਸੱਦੀ, ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਔਰ ਏਜੰਡਾ ਜਿਹੜਾ ਸੀ ਮੀਟਿੰਗ ਦਾ ਉਹ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਇਹੀ ਕਿਹਾ ਹੈ ਵੀ ਅਸੀਂ ਸਿਆਸਤ ਨੂੰ ਕੁਝ ਸਮੇਂ ਲਈ ਪਰੇ ਰੱਖ ਕੇ ਅਸੀਂ ਸਿਰਫ ਔਰ ਸਿਰਫ ਫੋਕਸ ਕਰਨਾ ਚਾਹੁੰਦੇ ਹਾਂ ਵੀ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹਦਾ ਹੱਲ ਕਰਵਾਈਏ। ਤੇ ਅਸੀਂ ਉਸ ਰਿਗਾਰਡਿੰਗ ਜਿਹੜੀ ਹੈ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰਨ ਲਈ ਤਿਆਰ ਹਾਂ ਤੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਸਾਰੇ ਜਣੇ ਮਿਲ ਕੇ ਕਰੀਏ। ਸੋ ਇਸ ਪਾਰਟੀ ਦੇ ਏਜੰਡੇ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੀ ਕਹਿਣਾ ਚਾਹੋਗੇ ਇਸ ਤੇ? ਬਿਲਕੁਲ ਅਸੀਂ ਬਹੁਤ ਦੇਰ ਦਾ ਗੱਲ ਇਹ ਕਹਿ ਰਹੇ ਸੀ ਸ਼ਹਿਰੀ ਕਿ ਜਿੱਥੇ ਸਾਰੀਆਂ ਕਿਸਾਨ ਯੂਨੀਅਨਾਂ 32 ਯੂਨੀਅਨਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਸਕਦੀਆਂ ਆ, ਤਾਂ ਕੀ ਪਾਰਟੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਿਹੜੀਆਂ ਵੋਟਾਂ ਲੈ ਕੇ ਇੰਨਾ ਰਾਜਮਾਨ ਆ, ਇੰਨਾ ਦੇਸ਼ ਨੂੰ ਕਹੋ ਜਾਂ ਘੱਟੋ ਘੱਟ ਪੰਜਾਬ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਇੰਨਾ ਜੇ ਕਮਜ਼ੋਰ ਕੀਤਾ, ਤੇ ਕਿਤੇ ਕਿਸੇ ਹੱਦ ਤੱਕ ਇੰਨਾ ਪਾਰਟੀਆਂ ਦੀ, ਖਾਸ ਕਰਕੇ ਉਹਨਾਂ ਚੋਂ ਚੁਣਿੰਦਾ ਲੀਡਰਾਂ ਦੀ ਵੀ ਅਹਿਮ ਭੂਮਿਕਾ ਆ ਉਸ ਸਾਰੇ ਮਿਸ ਗਵਰਨੈਂਸ ਦੇ ਵਿੱਚ। ਨਾਲ ਇਹ ਵੀ ਦੇਖਿਆ ਜਾਏ ਕਿ ਜਿਸ ਦਿਨ ਉਹ ਲੀਡਰ ਬਣੇ ਸੀ, ਪਾਰਟੀਆਂ 'ਚ ਆਏ ਸੀ, ਉਸ ਦਿਨ ਉਹਨਾਂ ਦੀ ਕੀ ਹਾਲਤ ਸੀ। ਅੱਜ ਜੋ 10 ਸਾਲ 20 ਸਾਲ 40 ਸਾਲ 50 ਸਾਲ ਤੱਕ ਉਹ ਲੀਡਰ ਬਣ ਕੇ ਹੋ ਗਏ ਆ, ਤਾਂ ਹੁਣ ਉਹਨਾਂ ਦੇ ਘਰੇਲੂ ਤੇ ਉਹਨਾਂ ਦੀ ਜਿਹੜੀ ਸ਼ਾਨ ਸ਼ੌਕਤ ਆ ਤੇ ਉਹਨਾਂ ਦੀ ਜਾਇਦਾਦ ਆ, ਐਸੈਟਸ ਆ, ਉਹਦਾ ਕੀ ਹਾਲਤ ਆ ਸਾਰਿਆਂ ਨੂੰ ਸਾਹਮਣੇ ਦਿਖਦਾ ਹੈ। ਕੋਈ ਲੁਕੀ ਛਿਪੀ ਦੀ ਚੀਜ਼ ਹੈ ਨਹੀਂ। ਜੇ ਕਹਿੰਦੇ ਜ਼ਮੀਨ ਬਣਾਈ ਆ ਤੇ ਉਹ ਕਦੇ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਵਾਲੀ ਗੱਲ ਤੇ ਹੈ ਨਹੀਂ, ਜ਼ਮੀਨ ਤੇ ਚਾਰੇਆਮ ਦਿਖਦੀ ਹੈ। ਜੇ ਕਿਸੇ ਨੇ ਵੱਡਾ ਘੋੜਿਆਂ ਦਾ ਫਾਰਮ ਬਣਾ ਲਿਆ ਉਹ ਤੇ ਦਿਖਦਾ ਹੀ ਹੈ, ਜੇ ਕਿਸੇ ਨੇ 10 ਘਰ ਬਣਾ ਲਏ ਉਹ ਤਾਂ ਦਿਖਦੇ ਹੀ ਹੈ। ਇਹ ਸਾਰਾ ਕੁਝ ਸਾਡੇ ਸਾਹਮਣੇ ਦੇਖਣ ਨੂੰ ਮਿਲਦਾ। ਇਸ ਲਈ ਜਦੋਂ ਕੋਈ ਪੰਜਾਬ ਤੇ ਭਾਰੀ ਬਣੀ ਆ ਸ਼ਹਿਰੀ, ਤੇ ਜ਼ਰੂਰੀ ਹੈ ਕਿ ਇਹਨਾਂ ਲੋਕਾਂ ਨੇ ਜੋ ਇੰਨਾ ਕੁਝ ਆਨੰਦ ਮਾਣੇ, ਸਰਦਾਰੀਆਂ ਮਾਣੀਆਂ, ਹੁਣ ਉਹ ਕੁਰਬਾਨੀਆਂ ਵੀ ਥੋੜ੍ਹੀਆਂ ਬਹੁਤੀਆਂ ਕਰਨ। ਇਹ ਅਸੀਂ ਲਗਾਤਾਰ ਮੰਗ ਕਰਦੇ ਆ ਰਹੇ ਸੀ ਤੇ ਅੱਜ ਚੰਗਾ ਗੱਲ ਹੈ ਕਿ ਕੈਪਟਨ ਸਾਹਿਬ ਨੇ ਮੀਟਿੰਗ ਕੀਤੀ ਆ। ਉਹਦੇ ਕਈ ਕਾਰਨ ਆ, ਤੁਹਾਨੂੰ ਇੱਕ ਇਹ ਵੀ ਦੱਸ ਦਈਏ ਕਿ ਚੋਣਾਂ ਹੋ ਰਹੀਆਂ ਆ, ਚੋਣਾਂ ਲੋਕਲ ਬਾਡੀ ਚੋਣਾਂ, ਦੂਜੀਆਂ ਚੋਣਾਂ ਅਜੇ ਦੂਰ ਹੈਗੀਆਂ। ਹਰ ਬੰਦਾ ਬੜਾ ਫੂਕ ਫੂਕ ਕੇ ਪੈਰ ਰੱਖ ਰਿਹਾ। ਕੋਈ ਨਹੀਂ ਪਾਰਟੀ ਦਾ ਲੀਡਰ ਸੋਚਦਾ ਕਿ ਏਡੇ ਵੱਡੇ ਜਿਹੜੇ ਬਹੁਤ ਹੀ ਸੈਂਸਿਟਿਵ ਮਾਮਲੇ ਤੇ ਏਡੀ ਵੱਡੀ ਮੋਬਿਲਾਈਜੇਸ਼ਨ ਕਰੋ। ਘਰ ਤੱਕ ਖਬਰ ਜਿਹੜੀ ਰੋਜ਼ ਕਿਸਾਨਾਂ ਦੀ ਪੜ੍ਹੀ ਜਾ ਰਹੀ ਹੈ, ਸੁਣੀ ਜਾ ਰਹੀ ਹੈ, ਸਮਝੀ ਜਾ ਰਹੀ ਹੈ, ਉਹਦੇ ਤੋਂ ਕਿੰਤੂ ਪਰੰਤੂ ਕੀਤਾ ਜਾਂਦਾ। ਜਿਹੜੀ ਏਡਾ ਵੱਡਾ ਮਾਮਲਾ ਸਾਰਾ ਚੱਲ ਰਿਹਾ, ਉਸ ਤੇ ਕੋਈ ਵੀ ਇੱਕ ਭੋਰਾ ਭਰ ਵੀ ਕਿਸੇ ਨੇ ਇੱਕ ਸਟੈਪ ਵੀ ਗਲਤ ਲੈ ਲਿਆ ਤੇ ਗੱਲ ਕਿਤੇ ਦੀ ਕਿਤੇ ਪਹੁੰਚ ਜਾਊਗੀ। ਇਸ ਦਾ ਲਈ ਉਹਨਾਂ ਨੇ, ਕੈਪਟਨ ਸਾਹਿਬ ਨੇ ਆਪਣੇ ਸਿਰ ਸਾਰਾ, ਵੈਸੇ ਤਾਂ ਉਹਨਾਂ ਨੇ ਆਪਣੇ ਸਿਰਾਂ ਤੇ ਬੰਨਿਆ ਹੀ ਆ। ਕੱਲ ਦੇਖੋ 3 ਮਿਨਿਸਟਰ ਫਟਾਫਟ ਹੋਮ ਮਿਨਿਸਟਰ ਕੋ ਭੇਜਦੇ ਕਿ ਦੱਸੋ ਸਾਨੂੰ ਜਿਹੜੇ ਇੰਨੇ ਸਾਡੇ ਬੱਚੇ ਆਦਮੀ, ਜਿਹ 'ਚ 6 ਤੇ ਵੱਡੀ ਉਮਰ ਦੇ ਬੰਦੇ ਆ, 2 ਮਾਈਨਰ ਹੈਗੇ ਆ, ਬਾਕੀ 122 ਬੰਦਿਆਂ ਦੀ ਲਿਸਟ ਦਾ ਪਤਾ ਲੱਗਾ ਕਿ ਜਿਹੜੇ 26 ਜਨਵਰੀ ਦੀ ਘਟਨਾ ਦੇ ਵਿੱਚ ਅਰੈਸਟ ਹੈਗੇ ਆ। ਇਹ ਲਿਸਟ ਜਿਹੜੀ ਆ ਗਈ ਆ ਹੋਮ ਮਿਨਿਸਟਰੀ ਦੀ ਵੈਬਸਾਈਟ ਤੇ ਵੀ ਆ ਗਈ ਆ। ਤੇ ਇਹਨਾਂ ਨੇ ਕੱਲ ਜਾ ਕੇ ਮੁਲਾਕਾਤ ਵੀ ਕੀਤੀ ਸੀ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਕੀਤੀ ਜਾਏ। ਤੇ ਕਾਂਗਰਸ ਨੇ ਇਹ ਵੀ ਗੱਲ ਕਹੀ ਕਿ ਅਸੀਂ 40 ਜਿਹੜੀ ਬੈਟਰੀ ਆਫ 40 ਜਿਹੜੇ ਵਕੀਲ ਹੈਗੇ ਆ, ਉਹਨਾਂ ਨੂੰ 40 ਵਕੀਲਾਂ ਨੂੰ ਅਸੀਂ ਇਸ ਗੱਲ ਲਈ ਕੰਮ ਤੇ ਲਾਤਾ ਕਿ ਇਹਨਾਂ
ਦੇ ਕੇਸ ਜਿਹੜੇ ਆ ਉਹ ਸਰਕਾਰ ਵੱਲੋਂ ਪਾਰਟੀ ਵੱਲੋਂ ਲੜੇ ਜਾਣਗੇ। ਇਸੇ ਤਰੀਕੇ ਨਾਲ ਜੀ। ਕੱਲ ਵੀ ਇਹ ਸਾਨੂੰ ਇਸੇ ਤਰੀਕੇ ਦੀ ਯਕਜਹਿਤੀ ਦਾ ਲੱਗਿਆ। ਅੱਜ ਭਾਵੇਂ ਮੀਟਿੰਗ ਹੋਈ ਆ ਉਹਦੇ ਵਿੱਚ ਸੁਖਬੀਰ ਬਾਦਲ ਹੋਣਾ ਨੇ ਵੀ ਪੂਰਾ ਆਪਣੇ 3 ਫੋਨ ਨੰਬਰ ਦਿੱਤੇ, ਹੈਲਪ ਨੰਬਰ ਦਿੱਤੇ, ਕਿਹਾ ਕਿ ਸਾਡੇ ਕੋਲ ਕੋਈ ਵੀ ਆ ਕੇ ਗੁਰਦੁਆਰਿਆਂ ਦੇ ਸਾਡੇ ਕੋਲ ਜਗ੍ਹਾ ਹੈਗੀ ਆ, ਦਿੱਲੀ 'ਚ ਆ ਕੇ ਰਹਿਣ। ਦਿੱਲੀ ਦੀ SGPC ਜਿਹੜੀ ਆ ਉਸ ਨੂੰ ਪੂਰਾ ਐਕਟਿਵ ਕੀਤਾ ਤੇ ਦਿੱਲੀ ਦੀ ਪਾਰਟੀ ਨੂੰ ਵੀ ਇਸ ਕੰਮ ਲਈ ਉਹ ਜਿਹੜੇ ਅੰਦਰ ਬੰਦੇ ਅਰੈਸਟ ਹੋਰ ਲਈ ਕੀਤਾ। ਅੱਜ ਵੀ ਇਸ ਮੀਟਿੰਗ ਸਰਪਾਰਟੀ ਮੀਟਿੰਗ ਦਾ ਪਰਪਸ ਇਹੀ ਸੀਗਾ ਸ਼ਹਿਰੀ ਕਿ ਜੋ ਉੱਥੇ ਚੱਲ ਰਿਹਾ ਜਾਂ ਉਹਦੇ ਜਿਹੜੇ ਫਾਲ ਆਊਟ ਹੋਏ ਆ ਜੋ ਉਸਦੇ ਕਰਕੇ 26 ਜਨਵਰੀ ਨੂੰ ਕੁਝ ਲੋਕਾਂ ਨੇ ਆਪਣੀ ਦਬੰਗੀ ਦਿਖਾਈ, ਜਿਹੜਾ ਉਹਦਾ ਰਿਜ਼ਲਟ ਨਿਕਲਿਆ, ਉਸ ਨੂੰ ਨਜਿੱਠਣਾ ਕਿਵੇਂ ਆਪਾਂ ਜਿਹੜੇ ਬੰਦੇ ਫੜੇ ਗਏ ਉਹਦੀ ਮਦਦ ਕਰਨੀ ਆ, ਉਸ ਦੇ ਬਾਰੇ ਅੱਜ ਮੀਟਿੰਗ 'ਚ ਗੱਲਬਾਤ ਹੋਈ। ਹੁਣ ਗੱਲਬਾਤ ਦੇ ਵਿੱਚ ਪਾਰਟੀਆਂ ਸ਼ਾਮਲ, ਆਮ ਆਦਮੀ ਪਾਰਟੀ ਵੀ ਹੋਈ, ਅਕਾਲੀ ਦਲ ਵੀ ਹੋਈ, ਹੋਣੇ ਚਾਹੀਦੇ ਵੀ ਸੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਜਿਵੇਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਆਲਰੇਡੀ ਚੱਲ ਰਹੀਆਂ ਆ, ਪੇਪਰ ਅੱਜ ਨੋਮੀਨੇਸ਼ਨਾਂ ਭਰੀਆਂ ਜਾ ਰਹੀਆਂ ਸੀ ਤੇ 22 ਵਾਲੀਆਂ ਇਲੈਕਸ਼ਨਾਂ ਵੀ ਸਿਰ ਤੇ ਆਈਆਂ। ਪਰ ਇੱਕ ਗੱਲ ਬੜੀ ਮੈਨੂੰ ਹੈਰਾਨੀ ਦੀ ਲੱਗੀ ਕਿ ਅੱਜ ਪ੍ਰਵਕਤਾ ਇੱਕ ਉਹਨਾਂ ਦੇ ਹੈਗੇ ਆ, ਆਮ ਆਦਮੀ ਪਾਰਟੀ ਦੇ ਨਾਂ ਲੈਣ ਦੀ ਲੋੜ ਨਹੀਂ, ਉਹ ਕਹਿ ਰਹੇ ਸੀ ਕਿ ਅਸੀਂ ਮੀਟਿੰਗ ਦਾ ਬਾਈਕਾਟ ਕਰਤਾ। ਉਹ ਮੈਂ ਥੋੜਾ ਜਿਹਾ ਪੜ੍ਹਿਆ ਵੀ ਹੈ ਕਿਤੇ ਕਿ ਉਹਨਾਂ ਨੇ ਬਾਈਕਾਟ ਕੀਤਾ। ਫਿਰ ਉਹ ਵਿਰੋਧੀ ਪਾਰਟੀ ਜਿਹੜੀ ਅਕਾਲੀ ਦਲ ਹੈ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਾਈਕਾਟ ਕਿੱਥੇ ਕੀਤਾ? ਭਗਵੰਤ ਮਾਨ ਤੁਹਾਡਾ ਉੱਥੇ ਪਾਰਟਿਸਿਪੇਟ ਕਰਕੇ ਗਿਆ। ਆਪਣੀ ਗੱਲ ਕਰਨ ਤੋਂ ਬਾਅਦ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਉਹਨਾਂ ਨੇ ਕਿਹਾ ਕਿ ਮੈਂ ਆਪਣੀ ਗੱਲ ਕਰਕੇ ਛੇਤੀ ਜਾਣਾ, ਮੇਰੀ ਫਲਾਈਟ ਆ। ਉਹ ਚਲੇ ਗਏ। ਫਿਰ 3-4 ਬੰਦੇ ਹੋਰ ਸੀ ਜਿਸ 'ਚ ਅਮਨ ਅਰੋੜੇ ਦਾ ਵੀ ਨਾਂ ਲਿਆ ਗਿਆ, ਸ਼ਾਇਦ ਉੱਥੇ ਸੀਗੇ। ਉਹ ਸਾਰੇ ਬਾਅਦ ਦੇ ਵਿੱਚ ਜ਼ਰੂਰ ਕੀਤਾ ਕਿ ਜਿਹੜੇ ਕੈਪਟਨ ਸਾਹਿਬ ਹੈਗੇ ਆ ਉਹ ਆਪਣੀ ਪੁਲਿਸ ਨੂੰ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਕਿਸਾਨਾਂ ਦੀ ਮਦਦ ਲਈ, ਉਹਨਾਂ ਦੀ ਪ੍ਰੋਟੈਕਸ਼ਨ ਲਈ, ਜਿਵੇਂ ਉਹਨਾਂ ਤੇ ਹਮਲਾ ਹੋਇਆ, ਉਹ ਆਪਣੀ ਪੁਲਿਸ ਨੂੰ ਕਿਉਂ ਨਹੀਂ ਭੇਜਦੇ? ਹੁਣ ਇਸ ਗੱਲ ਤੇ ਸਾਨੂੰ ਰੋਸ਼ ਹੈ, ਅਸੀਂ ਮੀਟਿੰਗ ਦਾ ਬਾਈਕਾਟ ਕਰਦੇ ਹਾਂ। ਕੈਪਟਨ ਸਾਹਿਬ ਨੇ ਕਿਹਾ ਕਿ ਦੇਖੋ ਇਹ ਅਲਾਉਡ ਹੀ ਨਹੀਂ ਹੈ ਕਨਸਟੀਟਿਊਸ਼ਨਲੀ, ਕਿਉਂਕਿ ਸਾਡੇ ਫੈਡਰਲ ਢਾਂਚੇ ਦੇ ਵਿੱਚ ਕੋਈ ਵੀ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਦੇ ਵਿੱਚ ਬੈਠ ਨਹੀਂ ਸਕਦੀ, 72 ਘੰਟੇ ਤੋਂ ਬਾਅਦ ਵੱਧ ਨਹੀਂ ਜਾ ਸਕਦੀ, ਔਰ ਇਸ ਦਾ ਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ। ਉਹਨਾਂ ਨੇ ਐਗਜ਼ਾਮਪਲ ਦੇ ਕੇ ਕਿਹਾ ਜਿਹੜੀ ਕਿ ਪ੍ਰੈਸ ਦੇ ਵਿੱਚ ਵੀ ਆਈ ਹੈ ਕਿ ਜੇ ਹਿਮਾਚਲ ਦੀ ਕੋਈ ਇੰਸੀਡੈਂਟ ਹੋ ਜਾਏ ਤੇ ਹਿਮਾਚਲ ਦੀ ਪੁਲਿਸ ਇੱਥੇ ਆ ਕੇ ਬੈਠ ਜਾਏ ਤੇ ਤੁਹਾਨੂੰ ਕਿਹੋ ਜਿਹਾ ਲੱਗੂਗਾ? ਉਹਨਾਂ ਨੇ ਅੱਗੇ ਸਵਾਲ ਕੀਤਾ ਕੈਪਟਨ ਸਾਹਿਬ ਨੇ ਕਿ ਤੁਹਾਨੂੰ ਚੰਗਾ ਲੱਗੂਗਾ ਕਿ ਹਿਮਾਚਲ ਦੀ ਪੁਲਿਸ ਪੰਜਾਬ 'ਚ ਬੈਠ ਜਾਏ ਆ ਕੇ? ਇਸ ਤਰ੍ਹਾਂ ਕੋਈ ਵੀ ਅਲਾਉਡ ਨਹੀਂ ਕਰਦਾ। ਤੇ ਇਸੇ ਪਲੀ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਪੋਸੀਬਲ ਨਹੀਂ ਹੈ। ਹਾਂ, ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਆ, ਉਹ ਅਮਿਤ ਸ਼ਾਹ ਨੂੰ ਕਹਿਣ ਉਹਨਾਂ ਦਾ ਪੁਲਿਸ ਦੇ ਕੇ ਉੱਥੋਂ ਤੁਸੀਂ ਇਸ ਪੁਲਿਸ ਨੂੰ ਜਿਹੜਾ ਤਰੀਕੇ ਨਾਲ ਰੱਖੋ ਔਰ ਉਹ ਕੋਈ ਵੀ ਕਿਸੇ ਵੀ ਕਿਸਮ ਦੇ ਕਿਸਾਨਾਂ ਦੇ ਉੱਤੇ ਹਮਲਾਵਰ ਰੁਖ ਨਾ ਅਖਤਿਆਰ ਕਰਨ। ਇਸ ਕਿਸਮ ਦੀਆਂ ਗੱਲਾਂ ਬਾਤਾਂ ਹੋਈਆਂ। ਫਿਰ ਮੈਨੂੰ ਸਮਝ ਪਈ ਕਿ ਗੱਲ ਅਸਲ ਵਿੱਚ ਕੀ ਹੈ ਕਿ ਜਦੋਂ ਥੋੜੀ ਜਿਹੀ ਤਹਿਕੀਕਾਤ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਏਜੰਡਾ ਛੇੜਿਆ, ਮੈਨੂੰ ਲੱਗਦਾ ਕਿ ਆਮ ਪਾਰਟੀ ਇਸ ਗੱਲੋਂ ਥੋੜੀ ਜਿਹੀ ਡਰੀ ਹੋਈ ਹੈ ਕਿਉਂਕਿ ਇਸ ਗੱਲ ਦੀ ਕੰਡੈਮਨੇਸ਼ਨ ਪਈ ਕਿ ਜਿਹੜਾ ਉਦੋਂ ਜੋ ਕੁਝ ਹੋਇਆ ਲਾਲ ਕਿਲੇ ਤੇ ਹੋਇਆ, ਅਸੀਂ ਉਸ ਨੂੰ ਕੰਡੈਮ ਕਰਦੇ ਹਾਂ। ਹੁਣ ਇਸ ਗੱਲ ਤੇ ਜਿਹੜੇ ਸਿੱਖ ਮਾਈਂਡਡ ਲੋਕ ਆ ਉਹ ਇਸ ਗੱਲ ਨੂੰ ਮਾਈਂਡ ਕਰਦੇ ਆ ਤੇ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਯਾਨੀ ਹਿੰਦੂ ਸਮੁਦਾਇ ਨੂੰ ਵੀ ਖੁਸ਼ ਰੱਖਣਾ ਚਾਹੁੰਦੀ ਆ, ਸਿੱਖ ਸਮੁਦਾਇ ਨੂੰ ਵੀ ਖੁਸ਼ ਰੱਖਣਾ ਚਾਹੁੰਦੀ ਆ ਤੇ ਅੰਦਰ ਜਾ ਕੇ ਸਹਿਮਤੀ ਕਰਤੀ, ਡਿਸਕਸ਼ਨ ਕਰਤੀ, ਬਾਹਰ ਆ ਕੇ ਕਹਿਤਾ ਬਾਈਕਾਟ ਕਰਤਾ। ਇਹ ਸਾਰਾ ਕੁਝ ਅੱਗੇ ਵੀ ਇੰਝ ਹੀ ਹੋਇਆ ਸੀਗਾ। ਅੰਦਰ ਜਿਹੜਾ ਬਿੱਲ ਜਦੋਂ ਤਿੰਨੇ ਕਾਨੂੰਨ ਰਿਜੈਕਟ ਹੋਏ ਸੀ, ਅਸੈਂਬਲੀ 'ਚ ਸਾਰਿਆਂ ਨੇ ਪਾਸ ਕਰਤਾ, ਗਵਰਨਰ ਕੋਲ ਚਲੇ ਗਏ, ਫੋਟੋਆਂ ਖਿਚਾ ਲਈਆਂ, ਪ੍ਰੈਸ ਕਾਨਫਰੰਸ ਹੋ ਗਈ, ਉਹਦੇ ਬਾਅਦ ਕਹਿੰਦੇ ਅਸੀਂ ਤੇ ਇਹਦੇ ਸਹਿਮਤੀ ਨਹੀਂ ਹੈ, ਇਹਦੇ 'ਚ ਤੇ ਕੁਝ ਹੈ ਹੀ ਨਹੀਂ। ਮਤਲਬ ਅੱਗੇ ਵੀ ਇੰਝ ਕੀਤੀ ਸੀਗੀ। ਮੇਰਾ ਖਿਆਲ ਹੈ ਕਿ ਹੁਣ ਪਾਰਟੀਆਂ ਨੂੰ, ਅਕਾਲੀ ਦਲ ਨੇ ਇੰਜ ਨਹੀਂ ਕੀਤਾ, ਖੈਰ ਆਮ ਆਦਮੀ ਪਾਰਟੀ ਨੂੰ ਹੁਣ ਮੈਚਿਓਰ ਸਟੈਂਡ ਰੱਖਣਾ ਚਾਹੀਦਾ। ਜੇ ਤੁਸੀਂ ਪਾਰਟਿਸਿਪੇਟ ਕੀਤਾ ਤੇ ਕੀਤਾ, ਜੋ ਰਿਜ਼ਰਵੇਸ਼ਨ ਹੈ ਉੱਥੇ ਲਿਖਾ ਦਿਓ ਕਿ ਸਾਡੀ ਰਿਜ਼ਰਵੇਸ਼ਨ ਇਹ ਆ, ਪਰ ਤੁਸੀਂ ਇਹ ਕਹੋ ਕਿ ਸੱਜੇ ਹੱਥ ਵੀ ਲੱਡੂ ਤੇ ਖੱਬੇ ਹੱਥ ਵੀ ਲੱਡੂ, ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਬੜਾ ਸਾਫ਼ ਹੋਣਾ ਚਾਹੀਦਾ ਕਿ ਹਾਂ ਲੱਡੂ ਕਿੰਨੇ ਕੁ ਖਾਣੇ ਆ, ਨਹੀਂ ਤੇ ਸ਼ੂਗਰ ਨਾ ਹੋ ਜਾਏ ਕਿਤੇ। ਬਿਲਕੁਲ ਪ੍ਰੋਫੈਸਰ ਸਾਹਿਬ, ਠੀਕ ਹੈ, ਇਹ ਗੱਲ ਤਾਂ ਜਾਇਜ਼ ਜੀ ਹੈ ਕਿ ਜਿਸ ਤਰੀਕੇ ਨਾਲ ਚਲੋ ਮੀਟਿੰਗ ਸੱਦੀ ਗਈ, ਹੁਣ ਤੱਕ ਪ੍ਰੋਫੈਸਰ ਸਾਹਿਬ ਸਿਆਸਤਦਾਨ ਜਿਹੜੇ ਨੇ ਉਹ ਅੰਦੋਲਨ ਤੋਂ ਪਰੇ ਹੀ ਰੱਖੇ ਗਏ ਤੇ ਜਿਸ ਤਰੀਕੇ ਨਾਲ ਹੁਣ ਕੈਪਟਨ ਸਾਹਿਬ ਨੇ ਮੀਟਿੰਗ ਬੁਲਾ ਲਈ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ, ਆਪੋ ਆਪਣੇ ਵਿਚਾਰ ਰੱਖੇ ਔਰ ਕਿਸਾਨਾਂ ਦੀ ਆਵਾਜ਼ ਬਣਨ ਦੀ ਜਿਹੜੀ ਹੈ ਉਹ ਗੱਲਬਾਤ ਛੇੜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਦੇ ਆ। ਤੁਹਾਨੂੰ ਲੱਗਦਾ ਹੈ ਕਿ ਇਸ ਗੱਲ ਦਾ ਕੋਈ ਅਸਰ ਹੋਏਗਾ? ਇਹ ਜਿਹੜਾ ਜਿਸ ਤਰੀਕੇ ਨਾਲ ਜਿਹੜਾ ਏਜੰਡਾ ਉਲੀਕਿਆ ਗਿਆ ਔਰ ਇਹਦਾ ਫਰਕ ਕਿਤੇ ਨਾ ਕਿਤੇ ਪੈ ਸਕਦਾ ਹੈ ਸਰਕਾਰ ਨੂੰ ਔਰ ਸਰਕਾਰ ਆਪਣੇ ਫੈਸਲੇ ਤੋਂ ਜਿਵੇਂ ਮੁੜ ਸਕਦੀ ਹੈ, ਕੁਝ ਲੱਗਦਾ ਹੈ ਅਜਿਹਾ?
ਸ਼ਹਿਰੀ ਬਿਲਕੁਲ ਕਿਉਂ ਨਹੀਂ ਹੈ। ਤੁਸੀਂ ਇਹ ਦੇਖੋ ਕਿ ਹੂੰ, ਆਫਟਰ ਆਲ ਪਬਲਿਕ ਓਪੀਨੀਅਨ ਦੇ ਨਾਲ ਹੀ ਸਰਕਾਰਾਂ ਚੱਲਦੀਆਂ ਨਾ, ਕਿ ਹੂੰ, ਵੋਟਾਂ ਜਾਂ ਲੋਕਾਂ ਦੀ ਪਬਲਿਕ ਓਪੀਨੀਅਨ ਤੇ ਇੰਝ ਹੀ ਸਵੇ ਹੁੰਦੀ ਹੈ। ਫਾਰ ਹੂੰ, ਇੰਸਟੈਂਸ ਪਹਿਲਾਂ ਆਮ ਆਦਮੀ ਪਾਰਟੀ ਨੇ 23 ਨਵੰਬਰ ਨੂੰ ਇੱਕ ਕਾਨੂੰਨ ਦੀ ਨੋਟੀਫਿਕੇਸ਼ਨ ਕਰਤੀ ਸੀਗੀ, ਕਿਉਂਕਿ ਜਿਵੇਂ ਹੂੰ, ਦਿੱਲੀ ਨੇ ਕਰਤੀ ਇਹਨਾਂ ਨੇ ਵੀ ਕਰਤੀ ਵੀ ਚਲੋ। ਉਹ ਤੇ ਜਾ ਕੇ ਫਿਰ 26 ਤੋਂ ਬਾਅਦ ਜਦੋਂ ਉੱਥੇ ਬਹਿ ਗਏ ਤੇ ਫਿਰ ਇਹਨਾਂ ਨੇ ਅਸੈਂਬਲੀ ਹੂੰ, ਦਾ ਸੈਸ਼ਨ ਸੱਦ ਕੇ ਚੰਗੀ ਗੱਲ ਕੀਤੀ ਕੇਜਰੀਵਾਲ ਸਾਹਿਬ ਨੇ, ਕਿ ਹੂੰ, ਆਪਣਾ ਸਟੈਂਡ ਨੂੰ ਵਾਪਸ ਲੈ ਕੇ ਉਹਨਾਂ ਨੇ ਫਾੜਤੇ ਵੀ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਮੰਨਦੇ, ਕਾਨੂੰਨ ਤਿੰਨੇ ਵਾਪਸ ਹੋਣੇ ਚਾਹੀਦੇ ਆ। ਹੂੰ, ਇਸੇ ਤਰੀਕੇ ਨਾਲ ਲੇਟੈਸਟ ਮਮਤਾ ਬੈਨਰਜੀ ਨੇ ਵੀ ਆਪਣੀ ਅਸੈਂਬਲੀ 'ਚ ਰੈਜ਼ੋਲੂਸ਼ਨ ਪਾਸ ਕਰਕੇ ਤਿੰਨੇ ਕਾਨੂੰਨ ਰਿਜੈਕਟ ਕਰਤੇ, ਕਾਲੇ ਕਾਨੂੰਨ। ਉਹਦੇ ਇਲੈਕਸ਼ਨਾਂ ਹੋ ਰਹੀਆਂ, ਉਹ ਵੀ ਆਪਣਾ ਇਸ ਗੱਲ ਦਾ ਹੂੰ, ਕਿਸਾਨੀ ਤੋਂ ਫਾਇਦਾ ਲੈਣਾ ਚਾਹੀਦੀ, ਨੰਦੀਗ੍ਰਾਮ ਤੋਂ ਚੋਣ ਲੜ ਰਹੀ ਹੈ। ਹੂੰ, ਇਸੇ ਤਰੀਕੇ ਨਾਲ ਕੇਰਲਾ ਦੀ ਅਸੈਂਬਲੀ ਨੇ ਵੀ ਕੀਤਾ। ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੀ ਅਸੈਂਬਲੀ ਨੇ ਸਭ ਤੋਂ ਪਹਿਲਾਂ ਕੀਤਾ। ਇਹ ਜੇ ਇਹ ਹੂੰ, ਸਮਝੋ ਕਿ ਪੋਲੀਟੀਕਲ ਜਿਹੜੇ ਐਕਸ਼ਨ ਇਹੋ ਜਿਹੇ ਹੋ ਰਹੇ ਆ, ਭਾਵੇਂ ਉਹ ਸਾਂਝੀਆਂ ਪਾਰਟੀਆਂ ਮੀਟਿੰਗਾਂ ਹੋ ਰਹੀਆਂ ਆ ਜਾਂ ਕੋਈ ਅਸੈਂਬਲੀਆਂ ਹੂੰ, ਦੇ ਵਿੱਚ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਂਦਾ, ਉਹਦਾ ਬੜਾ ਦਬਾਅ ਪੈਂਦਾ। ਹੂੰ, ਆਫਟਰ ਆਲ ਜਵਾਬਦੇਹੀ ਬਣਦੀ ਹੈ ਸਰਕਾਰਾਂ ਦੀ, ਕਿ ਜੇ ਸਰਕਾਰਾਂ ਜੀ, ਵਨ ਆਫਟਰ ਦਾ ਅਦਰ ਇਲੈਕਟਡ ਗਵਰਨਮੈਂਟ ਉਹਨੂੰ ਰਿਜੈਕਟ ਕਰ ਰਹੀ ਹੈ। ਜਾਂ ਦੇਖੋ ਤੁਸੀਂ ਹੁਣ ਹੂੰ, ਕਹੋਗੇ, ਮੈਨੂੰ ਪੁੱਛੋਗੇ ਕਿ ਉਹ ਢੇਸੀ ਹੁਣੀ ਜਿਹੜੇ ਉੱਥੇ ਕਿਹੜੇ, ਮੈਨੂੰ ਉਹਨਾਂ ਦਾ ਨਾਂ ਐਮਪੀ ਸਾਹਿਬ ਦਾ ਭੁੱਲ ਗਿਆ, ਜਿਹੜੇ ਇੰਗਲੈਂਡ ਵਾਲੇ ਹੈਗੇ ਆ, ਪੂਰਾ ਨਾਂ ਤਨਮਨ ਹੂੰ, ਸਿੰਘ ਢੇਸੀ, ਤਨਮਨਜੀਤ ਤਨਮਨਜੀਤ ਸਿੰਘ ਸਿੰਘ ਢੇਸੀ। ਢੇਸੀ। ਹੂੰ, ਹਾਂਜੀ ਹਾਂਜੀ ਹਾਂਜੀ, ਉਹ ਨਾਂ ਬੜਾ ਸੋਹਣਾ ਹੈ, ਭਲਾ ਭਲਾ ਜਿਹਾ ਨਾਂ ਭੁੱਲ ਜੀ, ਜਾਂਦਾ। ਤੇ ਉਹ ਹੂੰ, ਜਿਹੜੇ ਐਮਪੀ ਸਾਹਿਬ ਆ, ਉਹਨਾਂ ਨੇ ਦੇਖੋ ਕਿੰਨੀ ਵਾਰੀ ਦਸਤਖਤ ਕਰਕੇ ਫਿਰ ਆਪਣੇ ਪਾਰਲੀਮੈਂਟ 'ਚ ਵੀ ਸਵਾਲ ਉਠਾਉਂਦੇ ਆ। ਹੂੰ, ਬੋਰਿਸ ਜੌਨਸਨ ਨੂੰ ਵੀ ਕਹਿੰਦੇ ਆ ਬੋਰਿਸ ਕਿ ਤੁਸੀਂ ਜੌਨਸਨ ਜਦੋਂ ਜੀ, ਮਿਲੋਗੇ ਉਹਨਾਂ ਨੂੰ ਜੇ ਮਾੜਾ ਜਿਹਾ ਸਮਝਾਓ, ਹਾਂ ਉਹਨਾਂ ਨੂੰ ਸਮਝਾਇਓ ਵੀ ਹੂੰ, ਮੋਦੀ ਜੀ ਨੂੰ ਇੰਝ ਹੂੰ, ਨਾ ਕਰਿਆ ਕਰਨ, ਉਹ ਕਿਸਾਨਾਂ ਦੀ ਗੱਲ ਸੁਣ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ, ਇਹਨਾਂ ਗੱਲਾਂ ਦਾ ਬਹੁਤ ਅਸਰ ਹੁੰਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ, ਯੂਨਾਈਟਿਡ ਨੇਸ਼ਨ ਦੇ ਨੇ ਕਿਹਾ ਸੀਗਾ, ਜਿਹਦੇ ਹੈਡ ਹੈਗੇ ਆ ਅੰਟੋਨੀਓ ਗੁਟਰੇਸ, ਉਹਨਾਂ ਨੇ ਕਿਹਾ। ਤੇ ਸਾਰੇ ਜਦੋਂ ਇਹ ਬੰਦੇ ਕਹਿੰਦੇ ਆ ਤੇ ਇਹਦਾ ਅਸਰ ਹੁੰਦਾ ਹੈ। ਮੇਰਾ ਮਤਲਬ, ਮੈਂ ਤੁਹਾਡੀ ਗੱਲ ਨੂੰ ਹੂੰ, ਇਹੋ ਹੀ ਕਹਿ ਰਿਹਾ ਕਿ ਇਹ ਐਵੇਂ ਗੱਲਾਂ ਫਾਲਤੂ ਨਹੀਂ ਜਾਂਦੀਆਂ। ਪਰ ਜੇ ਬੰਦਾ ਬਿਲਕੁਲ ਹੀ ਢੀਠ ਹੀ ਹੋ ਜਾਏ ਤੇ ਫਿਰ ਉਹਦਾ ਕੀ ਲੈਣਾ ਦੇਣਾ। ਉਹਦਾ ਤੁਸੀਂ ਵਿੱਚੇ ਬਿਲਕੁਲ, ਕਹਿ ਰਹੇ ਸੀ ਕਿ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਅਸਰ ਕਰੂਗੀ। ਪਹਿਲਾਂ ਤੇ ਇਹ ਪਤਾ ਲੈਣਾ ਚਾਹੀਦਾ ਕਿ ਦਿਮਾਗ ਕਿੰਨਾ ਕਿਤੇ ਕਿੱਥੇ ਹੈਗਾ ਆ। ਬੜਾ ਔਖੇ ਵਾਲੀ ਗੱਲ ਆ। ਨਹੀਂ ਤੇ ਅਸਰ ਤੇ ਇੰਨੀ ਗੱਲ ਦਾ ਬਹੁਤ ਦੇਰ ਤੱਕ ਹੋਣਾ ਚਾਹੀਦਾ ਸੀਗਾ, ਹੂੰ, ਕਿਉਂਕਿ ਜੇ ਜੀ, ਦਿਲ ਔਰ ਦਿਮਾਗ ਦੋਨੋਂ ਹੈਗੇ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇੰਨੀ ਵੱਡੀ ਮੂਵਮੈਂਟ ਹੂੰ, ਹੋਵੇ, ਇੰਨੇ ਲੋਕ ਸ਼ਹੀਦ ਹੋਣ, ਇੰਨਾ ਕੁਝ ਲਫੜਾ ਹੋ ਜੇ, ਸਾਰਾ ਕੁਝ ਹੂੰ, ਹੋ ਜੇ, ਫਿਰ ਵੀ ਤੁਸੀਂ ਉਹ ਗੱਲ ਨੂੰ ਸੁਣਨ ਲਈ ਤਿਆਰ ਨਾ ਹੋ। ਇਹ ਬਹੁਤ ਅਜੀਬ ਜੀ ਪ੍ਰਸਥਿਤੀ ਲੱਗ ਰਹੀ ਹੈ। ਹਾਂਜੀ ਸ਼ਹਿਰੀ। ਜੀ, ਬਿਲਕੁਲ। ਪ੍ਰੋਫੈਸਰ ਸਾਹਿਬ, ਹੁਣ ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਵੀ ਪਹੁੰਚੇ ਨੇ ਕੇਜਰੀਵਾਲ ਦੇ ਨਾਲ, ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਲਾਪਤਾ ਲੋਕ ਨੇ, ਉਹਨਾਂ ਦੀ ਜਿਹੜੀ ਹੈ ਭਾਲ ਦੇ ਵਿੱਚ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਵੀ ਉਹ ਮਦਦ ਕਰਨ, ਔਰ ਹੋਰ ਕੁਝ ਮੰਗਾਂ ਵੀ ਰੱਖੀਆਂ। ਸੋ ਹੁਣ ਲੱਗਦਾ ਹੈ ਕਿ ਹੁਣ ਆਨੇ ਬਹਾਨੇ, ਪਹਿਲਾਂ ਤਾਂ ਸਿਆਸਤਦਾਨ ਬਿਲਕੁਲ ਹੀ ਇਸ ਅੰਦੋਲਨ ਦਾ ਹਿੱਸਾ ਨਹੀਂ ਸੀ, ਪਰ ਹੁਣ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਅੱਜ ਇਹ ਗੱਲ ਕਹਿ ਦਿੱਤੀ ਹੈ ਵੀ ਅਸੀਂ ਖੜੇ ਹੋਈਏ ਕਿਸਾਨਾਂ ਦੇ ਨਾਲ, ਅਸੀਂ ਮੁਲਾਕਾਤ ਕਰੀਏ, ਤੇ ਜਿਸ ਤਰੀਕੇ ਨਾਲ ਸੰਯੁਕਤ ਕਿਸਾਨ ਮੋਰਚੇ ਜਿਹੜੇ ਦੇ ਨੁਮਾਇੰਦੇ ਜਿਹੜੇ ਨੇ ਉਹ ਪਹੁੰਚੇ ਨੇ ਕੇਜਰੀਵਾਲ ਨੂੰ, ਉਹਨਾਂ ਨੇ ਇਹ ਗੱਲ ਕਹੀ ਹੈ। ਤਾਂ ਹੁਣ ਕਿਤੇ ਨਾ ਕਿਤੇ ਸਿਆਸਤਦਾਨ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਨਾਲ ਇਨਵੋਲਵਮੈਂਟ ਉਹਨਾਂ ਦੀ ਦੇਖੀ ਜਾ ਰਹੀ ਹੈ ਇਸ ਅੰਦੋਲਨ ਦੇ ਵਿੱਚ। ਇੱਕ ਨਾ ਬਾਰ-ਬਾਰ ਇੱਕ ਆਮ ਜੀ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ। ਕਈ ਤੇ ਪਤਾ ਨਹੀਂ ਇੱਕ ਹੱਥ ਹੂੰ, ਨਾਲ ਵੀ ਵਜਾ ਕੇ ਦਿਖਾ ਦਿੰਦੇ ਆ। ਤੇ ਪਰ ਹੂੰ, ਤਾੜੀ ਇਹ ਗੱਲ ਠੀਕ ਹੈ ਕਿ ਦੋਵਾਂ ਹੱਥਾਂ ਨਾਲ ਵੱਜਦੀ ਹੈ। ਇਹ ਜਿਸ ਜੀ, ਬਿਲਕੁਲ ਹੀ ਇੱਕ ਕਿਸਾਨਾਂ ਨੇ, ਯੂਨੀਅਨਾਂ ਨੇ ਵੀ ਆਪਣੇ ਤਲਖ ਤਜਰਬੇ ਤੋਂ, ਇਤਿਹਾਸਕ ਤਜਰਬੇ ਤੋਂ ਇਹ ਗੱਲ ਦਾ ਫੈਸਲਾ ਲਿਆ ਸੀ ਕਿ ਇਹਨਾਂ ਨੂੰ ਅਸੀਂ ਜਿਵੇਂ ਹੂੰ, 100 ਮੀਟਰ ਨੇੜੇ ਨੇੜੇ ਨਹੀਂ ਆਉਣ ਦੇਣਾ। ਆਪਣੀ ਰੈਲੀ ਦੇ ਵਿੱਚ ਹੂੰ, 100 ਮੀਟਰ ਦੀ ਰੇਂਜ ਵਿੱਚ ਆ ਗਏ ਤੇ ਫਿਰ ਅਸੀਂ ਇਹਨਾਂ ਨੂੰ ਭਜਾਵਾਂਗੇ। ਜਿਹੜੇ ਲੀਡਰ, ਪਾਰਟੀਆਂ ਦੇ ਲੀਡਰ ਆ, ਬਿੱਟੂ ਤੇ 2 ਵਾਰੀ ਹਮਲੇ ਹੋਏ ਇਸੇ 100 ਜੀ, ਮੀਟਰ ਦੇ ਚੱਕਰਾਂ 'ਚ। ਮਤਲਬ ਕਿਤੇ ਹੂੰ, ਲਿਖਿਆ ਨਹੀਂ ਹੂੰ, ਸੀ, ਮੈਂ ਮਜ਼ਾਕ 'ਚ ਗੱਲ ਕਰ ਰਿਹਾ ਆ ਹੂੰ, ਵੀ ਹੂੰ, ਉਹ ਨੇੜੇ ਤੇੜੇ ਬਿਲਕੁਲ, ਫਟਕਣ ਨਹੀਂ ਸੀ ਦਿੰਦੇ ਸਟੇਜ ਦੇ। ਤਾਂ ਜੀ, ਤੁਸੀਂ ਦੇਖੋ ਕਿ ਜਦੋਂ ਦਾ ਟਿਕਾਇਤ ਹੋਇਆ ਤੇ ਸਾਰੇ ਲੀਡਰ ਹੀ ਉੱਥੇ ਜੱਫੀਆਂ ਪਾ ਕੇ ਆ ਗਏ। ਐਸਾ ਨਹੀਂ, ਸਿਸੋਦੀਆ ਚਲਾ ਗਿਆ, ਹੋਰ ਹੂੰ, ਗਏ ਆ, ਸੁਖਬੀਰ ਬਾਦਲ ਚਲਾ ਗਿਆ। ਮਤਲਬ ਕਿ ਹਰ ਬੰਦਾ ਫੋਟੋ ਖਿਚਾਉਂਦਾ। ਹੀਰੋ ਨਵਾਂ ਨਵਾਂ ਹੈਗਾ ਆ ਹੁਣ, ਰਕੇਸ਼ ਟਿਕਾਇਤ ਤੇ ਗਾਜੀਪੁਰ ਹੂੰ, ਜਾਂਦੇ ਆ, ਨਾਲੇ ਉਹਨੂੰ ਸ਼ਾਬਾਸ਼ ਦਿੰਦੇ। ਤੇ ਹੂੰ, ਪਾਰਟੀਆਂ ਦਾ ਜੋੜ ਮੇਲਾ ਸੀ। ਜਾਣੀ ਉਹ ਦੂਰ ਜੀ, ਰਹਿੰਦੀਆਂ ਰਹਿੰਦੀਆਂ ਵੀ ਨੇੜੇ ਆਉਣ ਲੱਗ ਪਈਆਂ। ਜਿਵੇਂ ਜਿੱਥੇ ਗੋਡ ਹੋਵੇ ਬਿਲਕੁਲ, ਮੱਖੀ ਜਾਣੀ ਜਾਣੀ, ਸ਼ਹਿਦ ਦੀ ਮੱਖੀ ਜਾਣੀ ਹੂੰ, ਜਾਣੀ ਹੈ। ਤੇ ਇਹ ਹੁਣ ਸਾਰੀਆਂ ਮੱਖੀਆਂ ਸ਼ਹਿਦ ਵਾਲੀਆਂ ਉੱਥੇ ਇਕੱਠੀਆਂ ਹੋ ਗਈਆਂ, ਕਿਉਂਕਿ ਗੋੜ ਉੱਥੇ ਪਿਆ ਹੋਇਆ।
ਤੇ ਇਸ ਗੱਲ 'ਚ ਇਹ ਲੱਗਦਾ ਕਿ ਉਹ ਜਿਹੜੀ ਸਾਂਝੀ ਸੰਘਰਸ਼ ਹੂੰ, ਕਮੇਟੀ ਤੁਸੀਂ ਜਿਹਦੀ ਗੱਲ ਕਰ ਰਹੇ ਆ, ਸੰਯੁਕਤ ਹੂੰ, ਕੰਮ ਪਾਸੇ ਨਹੀਂ ਛੱਡਣਾ ਚਾਹੀਦਾ। ਤੇ ਚੰਗੀ ਗੱਲ ਆ ਕਿ ਹੂੰ, ਜੇ ਅੱਜ ਕੇਜਰੀਵਾਲ ਨੂੰ ਮਿਲੇ, ਪਰ ਹੁਣ ਕੇਜਰੀਵਾਲ ਕੀ ਕਰਦੇ ਆ, ਕਿਉਂਕਿ ਮਾਮਲਾ ਬੜਾ ਸੈਂਸਿਟਿਵ ਆ ਇਹ ਤੇ ਬਹੁਤ ਬਿਲਕੁਲ। ਹੀ ਜਾਣੀ ਹੂੰ, ਕੇਜਰੀਵਾਲ ਤੇ ਪਹਿਲਾਂ ਹੱਥ ਫੂਕ ਚੁੱਕਾ ਚੀਫ ਮਿਨਿਸਟਰ ਬਣਦੇ ਬਣਦੇ ਉੱਥੇ, ਮਤਲਬ ਆਮ ਆਦਮੀ ਹੂੰ, ਪਾਰਟੀ ਦਾ ਚੀਫ ਮਿਨਿਸਟਰ ਬਣਦੇ ਬਣਦੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਣ ਹੀ ਜਾਣਾ ਹੂੰ, ਸੀਗਾ, ਹੂੰ, ਭਾਵੇਂ ਕੇਜਰੀਵਾਲ ਹੁੰਦੇ ਹੂੰ, ਜਾਂ ਕੋਈ ਹੋਰ ਹੁੰਦੇ। ਤੇ ਉਹ ਇਹੋ ਹੂੰ, ਜਿਹਾ ਇੱਕ ਕੰਮ ਦੇ ਵਿੱਚ ਹੀ ਸਾਰਾ ਪਾਸਾ ਪਲਟ ਗਿਆ ਸੀ। ਉਹ ਬੜਾ ਸੋਚ ਕੇ ਕਦਮ ਰੱਖਣਗੇ। ਮੈਂ ਤੈਨੂੰ ਜਿਹੜੀ ਇੱਥੇ ਸਾਂਝੀ ਮੀਟਿੰਗ ਹੋਈ ਆ ਉਹਦੀ ਕਹਾਣੀ ਤੁਹਾਨੂੰ ਪਹਿਲਾਂ ਹੀ ਦੱਸ ਹੂੰ, ਦਿੱਤੀ ਆ। ਇਹ ਕਾਫੀ ਮਾਮਲੇ ਹੂੰ, ਜਿਹੜੇ ਆ, ਪੰਜਾਬ ਦੀ ਰਾਜਨੀਤੀ ਆ ਸ਼ੇਰ ਦੀ ਸਵਾਰੀ ਕਰਨ ਵਾਲੀ ਆ। ਸ਼ੇਰ ਕਹਿ ਲੋ, ਸ਼ੇਰ ਨਹੀਂ ਕਹਿ ਲੋ, ਉਹ ਜੀ ਸਵਾਰੀ ਕਰਨ ਵਾਲੀ ਆ। ਜੀ, ਕਾਫੀ ਔਖਾ ਕੰਮ ਆ ਤੇ ਹਰ ਬੰਦਾ ਬਹੁਤ ਹੀ ਬਿਲਕੁਲ। ਫੂਕ ਫੂਕ ਕੇ ਕਦਮ ਰੱਖਦਾ। ਉਹੀ ਜਿਹੜਾ ਇਸ ਹੂੰ, ਧਰਤੀ ਨੂੰ ਜਾਣਦਾ, ਉਹੀ ਇਹਦੇ ਚ ਥੋੜਾ ਬਹੁਤ ਕਾਮਯਾਬ ਹੁੰਦਾ। ਬਾਹਰਲਾ ਬੰਦਾ ਤੇ ਹੂੰ, ਬਹੁਤ ਬੌਂਦਲ ਜਾਂਦਾ। ਇਹ ਕੇਜਰੀਵਾਲ ਜੀ ਨਾਲ ਜੀ, ਇੱਕ ਵਾਰੀ ਹੋ ਚੁੱਕਾ। ਹੁਣ ਉਹ ਹੂੰ। ਸੋਚਣਗੇ ਕਿ ਕੀ ਅੱਗੇ ਕਰਨਾ, ਕੀ ਨਹੀਂ ਕਰਨਾ। ਹਾਂਜੀ ਜੀ, ਸ਼ੈਰੀ। ਬਿਲਕੁਲ। ਪ੍ਰੋਫੈਸਰ ਸਾਹਿਬ, ਬਿਲਕੁਲ ਇਸ ਵੇਲੇ ਜਿਹੜੇ ਲੋਕ ਵੀ ਸਾਡੇ ਨਾਲ ਜੁੜੇ ਹੋਏ ਨੇ ਕਿਸੇ ਵੀ ਪਲੇਟਫਾਰਮ ਤੇ, ਮੈਂ ਹਮੇਸ਼ਾ ਗੱਲ ਕਰਦੀ ਹਾਂ ਕਿ ਜਦੋਂ ਵੀ ਮਾਰਨਿੰਗ ਸ਼ੋਅ ਹੁੰਦਾ ਹੈ ਕਿ ਤੁਸੀਂ ਨਾਲ ਜੁੜਿਆ ਕਰੋ ਔਰ ਤੁਹਾਡੀ ਰਾਏ ਜਿਹੜੀ ਹੈ ਉਹ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਇਸ ਵੇਲੇ ਪ੍ਰੋਫੈਸਰ ਮਨਜੀਤ ਜਿਹੜੇ ਨੇ ਉਹ ਸਾਡੇ ਨਾਲ ਭਾਰਤ ਤੋਂ ਜੁੜੇ ਹੋਏ ਨੇ, ਉਹ ਵੀ ਉੱਥੋਂ ਦਾ ਅਪਡੇਟ ਸਾਰਾ ਦੇ ਰਹੇ ਨੇ। ਤੁਹਾਡੇ ਕੋਲ ਵੀ ਤੁਸੀਂ ਵੀ ਆਪਣੇ ਰਿਗਾਰਡਿੰਗ ਕੋਈ ਗੱਲ ਕਰਨਾ ਚਾਹੁੰਦੇ ਹੋ, ਕਿਸੇ ਵੀ ਗੱਲ ਤੇ ਸਹਿਮਤ ਹੋ ਜਾਂ ਨਹੀਂ ਹੋ, ਜਾਂ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਔਰ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਜਿਹਦਾ ਜਵਾਬ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਇਸ ਟਾਈਮ ਜੇ ਦੇਖ ਰਹੇ ਹੋ ਤਾਂ ਜ਼ਰੂਰ ਉਸ ਚੀਜ਼ ਦਾ ਜਵਾਬ ਦੋਗੇ। ਤੁਸੀਂ ਵੀ ਆਪਣਾ ਜਵਾਬ ਲਿਖੋ ਕਿ ਜਿਹੜੀ ਇਹ ਬੈਰੀਕੇਡਿੰਗ ਕੀਤੀ ਜਾ ਰਹੀ ਹੈ, ਜਿਹੜੇ ਕਿੱਲ ਠੋਕੇ ਜਾ ਰਹੇ ਨੇ, ਜਿਹੜੀ ਫੈਂਸਿੰਗ ਲਗਾਈ ਜਾ ਰਹੀ ਹੈ, ਜਿਹੜੀ ਕੰਡਿਆਲੀ ਤਾਰ ਲਗਾਈ ਜਾ ਰਹੀ ਹੈ, ਉਸ ਦਾ ਮਕਸਦ ਆਖਿਰਕਾਰ ਕੀ ਹੈ ਤੇ ਸਰਕਾਰ ਦੇ ਦਿਮਾਗ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਤੇ ਉਹਨਾਂ ਦੀ ਰਣਨੀਤੀ ਕੀ ਹੈ? ਤੁਸੀਂ ਵੀ, ਜ਼ਾਹਿਰ ਜੀ ਗੱਲ ਹੈ ਕਿ ਕਿਸੇ ਵੀ ਪਲੇਟਫਾਰਮ ਤੇ ਜਦੋਂ ਸਾਰਾ ਕੁਝ ਦੇਖ ਰਹੇ ਹੋ ਤਾਂ ਤੁਹਾਡੇ ਮਾਈਂਡ 'ਚ ਬਹੁਤ ਕੁਝ ਆਂਦਾ ਹੋਣਾ ਹੈ। ਸੋ ਜਿਹੜੇ ਵਿਚਾਰ ਵੀ ਆਂਦੇ ਸ਼ੇਅਰ ਕਰਿਆ ਕਰੋ, ਲਿਖਿਆ ਕਰੋ, ਦੱਸਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੀ ਜਿਹੜੀ ਆਡੀਅנס ਹੈ, ਜਿਹੜੇ ਲੋਕ ਸਾਨੂੰ ਦੇਖ ਰਹੇ ਨੇ, ਉਹਨਾਂ ਦੀ ਆਪਣੀ ਵੀ ਕੋਈ ਜਿਹੜੀ ਵਿਚਾਰਧਾਰਾ ਹੈਗੀ ਹੈ। ਉਹ ਇਸ ਸ਼ੋਅ ਨੂੰ ਜਦੋਂ ਦੇਖਦੇ ਨੇ ਤੇ ਆਪਣੀ ਬਹੁਤ ਸਾਰੇ ਜਿਹੜੀ ਗੱਲਾਂ ਰੱਖਦੇ ਨੇ, ਉਸ ਦਾ ਜਵਾਬ ਅਸੀਂ ਰਿਪਲਾਈ ਜਿਹੜਾ ਤੁਹਾਨੂੰ ਜ਼ਰੂਰ ਦੇਵਾਂਗੇ। ਤੁਹਾਡਾ ਹਰ ਜਵਾਬ ਜਿਹੜਾ ਹੈ, ਹਰ ਸਵਾਲ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ। ਪ੍ਰੋਫੈਸਰ ਸਾਹਿਬ, ਜਦੋਂ ਸਾਡਾ ਬਹੁਤ ਸਾਰੇ ਲੋਕ ਜੁੜਦੇ ਨੇ ਤੇ ਉਹ ਕਈ ਲੋਕ ਨੇ, ਜਦੋਂ ਅਸੀਂ ਕੱਲ ਬਜਟ ਦੀ ਵੀ ਗੱਲ ਕਰ ਰਹੇ ਸੀ ਤਾਂ ਲੋਕਾਂ ਨਾਲ ਅਸੀਂ ਕਿਹਾ ਸੀ ਵੀ ਤੁਸੀਂ ਵੀ ਆਪਣੇ ਨੰਬਰ ਦਿਓ ਜੀ, ਬਜਟ ਨੂੰ ਕਿੰਨੇ ਦੇਣਾ ਚਾਹੋਗੇ। ਤੇ ਵਾਕਈ ਬਹੁਤ ਸਾਰੇ ਅਹਿਮ ਲੋਕ ਸੀਗੇ ਜਿਨ੍ਹਾਂ ਨੇ ਫੇਸਬੁੱਕ ਦੇ ਪਲੇਟਫਾਰਮ ਦੇ ਉੱਤੇ ਆ ਕੇ ਆਪੋ ਆਪਣੀ ਰਾਏ ਰੱਖੀ ਤੇ ਨਾਲੇ ਉਹਨਾਂ ਨੇ ਨੰਬਰ ਦਿੱਤੇ ਮੋਦੀ ਸਰਕਾਰ ਨੂੰ। ਸੋ ਲੋਕ ਜਿਹੜੇ ਨੇ ਉਹ ਦੇਖਦੇ ਨੇ ਮਾਰਨਿੰਗ ਸ਼ੋਅ ਦੇ ਵਿੱਚ ਜਿਹੜੀਆਂ ਵੀ ਗੱਲਾਂ ਅਸੀਂ ਵੱਡੇ ਮੁੱਦੇ ਦੇ ਉੱਤੇ ਕਰ ਰਹੇ ਹੁੰਦੇ ਆ, ਉਹ ਬਕਾਇਦਾ ਸਾਨੂੰ ਸੁਣਦੇ ਨੇ। ਇਸ ਵੇਲੇ ਵਾਕਈ ਕੈਨੇਡਾ ਦੇ ਵਿੱਚ ਬੈਠੇ ਚਾਹੇ ਲੋਕ ਨੇ, ਚਾਹੇ ਅਮਰੀਕਾ 'ਚ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਪ੍ਰੋਫੈਸਰ ਸਾਹਿਬ, ਸਭ ਦੇ ਮਾਈਂਡ ਦੇ ਵਿੱਚ ਇਸ ਵੇਲੇ ਇੱਕੋ ਹੀ ਗੱਲ ਚੱਲ ਰਹੀ ਹੈ ਕਿ ਜਿਹੜੀ ਇਹ ਮਤਲਬ ਅਸੀਂ ਤਸਵੀਰਾਂ ਦੇ ਵਿੱਚ ਇਸ ਵੇਲੇ ਵੀਡੀਓ ਵੀ ਨਾਲ ਨਾਲ ਜਿਹੜੀ ਹੈ ਚੱਲ ਹੀ ਰਹੀ ਹੈ ਸਾਡੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਕੰਡਿਆਲੀ ਤਾਰ ਜਿਹੜੀ ਆ ਉਹ ਲਗਾ ਦਿੱਤੀ ਗਈ। ਚਾਹੇ ਸਿੰਘੂ ਬਾਰਡਰ ਹੈ, ਚਾਹੇ ਗਾਜ਼ੀਪੁਰ ਬਾਰਡਰ ਦੀ ਗੱਲ ਕਰ ਲਈਏ ਤੇ ਚਾਹੇ ਟਿਕਰੀ ਬਾਰਡਰ ਦੀ, ਇਹ ਇੰਨੀ ਫੋਰਸ ਜਿਹੜੀ ਲਗਾਈ ਜਾ ਰਹੀ, ਕਿਉਂਕਿ ਹੁਣ ਹਜੇ ਤੱਕ ਤਾਂ ਕਿਸਾਨਾਂ ਦਾ ਦਿੱਲੀ ਦੇ ਵਿੱਚ ਵੜਨ ਦਾ ਕੋਈ ਪਲਾਨ ਨਹੀਂ ਹੈ। ਕੋਈ ਉਹਨਾਂ ਨੇ ਆਪਣੀ ਅਨਾਉਂਸਮੈਂਟ ਨਹੀਂ ਕੀਤੀ ਵੀ ਜੀ ਅਸੀਂ ਇਸ ਦਿਨ ਨੂੰ ਦਿੱਲੀ ਦੇ ਅੰਦਰ ਵੜ ਕੇ ਹੁਣ ਅਸੀਂ ਆਹ ਕਰਨ ਜਾ ਰਹੇ ਹਾਂ। ਤੇ ਉਸਦੇ ਬਾਵਜੂਦ ਵੀ ਇੰਨੀ ਫੋਰਸ ਲਗਾ ਦੇਣਾ, ਇੰਨੀ ਕੰਡਿਆਲੀ ਤਾਰ ਵਿਛਾ ਦੇਣਾ ਔਰ ਇੱਕ ਟਾਕਰੇ ਵਾਲੀ ਸਿਚੁਏਸ਼ਨ ਜੀ ਪੈਦਾ ਕਰਨਾ, ਚੱਲ ਕੀ ਰਿਹਾ? ਕੀ ਤੁਹਾਨੂੰ ਕੀ ਲੱਗਦਾ? ਤੁਹਾਡਾ ਆਪਣਾ ਐਨਾਲਿਸਿਸ ਕੀ ਕਹਿੰਦਾ ਹੈ? ਸਰਕਾਰ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੇ ਕੀ ਰਣਨੀਤੀ ਅਗਲੀ ਹੋ ਸਕਦੀ ਹੈ? ਇੱਕ ਤੇ ਮੈਨੂੰ ਲੱਗਦਾ ਸਾਈਕੋਪੈਥਿਕ ਰਿਸਪੌਂਸ ਇਹ ਹੈਗਾ, ਜਿਸ ਤਰ੍ਹਾਂ ਜਿਹਨੂੰ ਕਹੋ ਮਾਨਸਿਕ ਤੌਰ ਤੇ ਬਿਮਾਰ ਜਿਹੜੀ ਮਾਨਸਿਕਤਾ ਹੈਗੀ ਹੈ, ਉਸ ਦੇ ਇਹੋ ਜਿਹੇ ਹੂੰ, ਰਿਜ਼ਲਟ ਹੁੰਦੇ ਆ। ਪੁਲਿਸ ਕਿਤੇ ਆਪ ਥੋੜੀ ਆ ਜਾਂਦੀ ਆ, ਪੁਲਿਸ ਨੂੰ ਕੋਈ ਭੇਜਦਾ ਹੀ ਆ, ਗਾਂ ਪੁਲਿਸ ਦੇ ਅਫਸਰ ਭੇਜਦੇ ਆ ਜਾਂ ਅਫਸਰਾਂ ਨੂੰ ਗਾਂ ਪੋਲੀਟੀਸ਼ੀਅਨ ਕਹਿੰਦੇ ਆ। ਪਰ ਇਹ ਬੜੀ ਹੀ ਇੱਕ ਅਜੀਬ ਜੀ ਹਾਸੋਹੀਣੀ ਗੱਲ ਵੀ ਲੱਗਦੀ ਆ ਤੇ ਬੜੀ ਇੱਕ ਹੂੰ, ਨਿਰਾਸ਼ਾਜਨਕ ਆਲਮ ਵੀ ਲੱਗਦਾ ਹੈ ਕਿ ਤੁਸੀਂ ਆਪਣੇ ਜੀ, ਦੇਸ਼ ਦੇ ਲੋਕਾਂ, ਅੰਨਦਾਤਾ ਜਿਹੜੇ ਧਰਤੀ ਪੁੱਤਰ ਉੱਥੇ ਸਾਰੇ ਮਿੱਟੀ ਨਾਲ ਮਿੱਟੀ ਹੁੰਦੇ ਆ, ਉਹਨਾਂ ਨੂੰ ਹੂੰ, ਹੂੰ, ਮਤਲਬ ਜ਼ਿੰਦਗੀ ਬਹੁਤ ਕਠਿਨ ਹੁੰਦੀ ਆ ਜਦੋਂ ਨੇਚਰ ਦੇ ਨਾਲ ਤੁਸੀਂ, ਭਾਵੇਂ ਉਹ ਜੰਗਲਾਂ 'ਚ ਆਦੀਵਾਸੀ ਰਹਿੰਦੇ ਆ, ਭਾਵੇਂ ਸਾਡੇ ਹੂੰ, ਕਿਸਾਨ ਵੀਰ ਖੇਤਾਂ ਤੇ ਪਿੰਡਾਂ 'ਚ ਰਹਿੰਦੇ ਆ, ਉਹਨਾਂ ਹਾਲਾਤਾਂ ਦੇ ਹੂੰ, ਵਿੱਚ ਉਹ ਕੰਮ ਕਰਕੇ ਸਾਰੇ ਦੇਸ਼ ਦੇ ਜਿਹੜੇ ਢਿੱਡ 'ਚ ਅੰਨ ਪਾਉਂਦੇ ਆ। ਹਰ ਸਵਾਦੀ ਤੋਂ ਸਵਾਦੀ ਫਲ ਫਰੂਟ ਜਿਹੜੇ ਸ਼ਹਿਰਾਂ 'ਚ ਅਸੀਂ ਮੰਡੀਆਂ 'ਚ ਲੈ ਲੈ ਕੇ ਸਮਝਦੇ ਆ ਕਿ ਜਿਵੇਂ ਮੰਡੀ 'ਚ ਹੀ ਪੈਦਾ ਹੂੰ, ਹੁੰਦਾ ਹੋਵੇ, ਉਹ ਖੇਤਾਂ 'ਚ ਪੈਦਾ ਜੀ, ਹੁੰਦਾ। ਉਹਨੂੰ ਬਿਨਾਂ ਜਾਣਿਆ ਅਸੀਂ ਪੈਸਾ ਦੇ ਕੇ ਸਮਝਦੇ ਆ ਕਿ ਬਸ ਜੀ ਇਹ ਤੇ ਸਾਡਾ ਹੱਕ ਇੱਥੇ ਰੱਖ ਵਾਲੀ ਗੱਲ। ਇਸ ਤਰ੍ਹਾਂ ਨਹੀਂ ਹੈ। ਇਸ ਲਈ ਹੂੰ, ਸਾਰਿਆਂ ਨੂੰ ਹੀ ਚਾਹੀਏ। ਮੈਨੂੰ ਇੱਕ ਚੰਗੀ ਗੱਲ ਲੱਗੀ ਕਿ ਆਮ ਜਨਤਾ ਦੀ ਇੰਨੀਆਂ ਤਕਲੀਫਾਂ ਦੇ ਬਾਵਜੂਦ ਸੜਕਾਂ ਬੰਦ ਹੋ ਗਈਆਂ, ਉਹਨਾਂ ਨੂੰ ਕਿੰਨੀ ਤਕਲੀਫ ਹੋਊਗੀ। ਲੋਕਾਂ ਦੀ ਸਹਾਨੁਭੂਤੀ ਫਾਰਮਰਜ਼ ਨਾਲ ਆ, ਸਰਕਾਰ ਹੂੰ, ਨਾਲ ਨਹੀਂ ਹੈ। ਸਰਕਾਰ ਜਿਹੜੀ ਤੁਸੀਂ ਹੂੰ, ਕਹਿੰਦੇ ਕਿਉਂ ਕਰ ਰਹੀ ਹੈ, ਉਹਦੇ ਮੈਂ ਦੋ ਹੀ ਕਾਰਨ ਸਮਝਦਾ। ਇੱਕ ਤੇ ਬਿਲਕੁਲ ਕਿਸਾਨਾਂ ਦੇ ਕੋਈ ਭਰੋਸਾ ਨਹੀਂ ਹੈ,
ਜਾਣੀ ਇਹ ਇਹੋ ਹੂੰ, ਜਿਹੀ ਗੱਲ ਹੈ ਕਿ ਜਿਵੇਂ ਆਪਣੇ ਹੀ ਨੌਜਵਾਨਾਂ ਜਾਂ ਕਿਸਾਨਾਂ ਦੇ ਭਰੋਸਾ ਨਾ ਹੋਵੇ ਤੇ ਫਿਰ ਵੀ ਸਮਝੀਏ ਅਸੀਂ ਚੀਨ ਨਾਲੋਂ ਤਕੜੇ ਹੀ। ਇਹ ਬਹੁਤ ਹੀ ਵੱਡੇ ਦੇਸ਼ ਭਗਤ ਆ। ਅਜੀਬ ਗੱਲ ਹੈ, ਵਿਸ਼ਵਾਸ ਨਹੀਂ ਕਰੂਗਾ ਜੇ ਤੁਹਾਨੂੰ ਕਿਸਾਨਾਂ ਦੇ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਉਹਨਾਂ ਦੇ ਸ਼ਾਂਤਮਈ ਤਰੀਕੇ ਦੇ ਪ੍ਰੋਟੈਸਟ ਨੂੰ ਅਸੀਂ ਕੋਈ ਵੀ ਅਣਗੌਲਿਆ ਕਰੀ ਜਾਂਦੇ ਹਾਂ। ਇੰਨੇ ਮਹੀਨੇ ਹੋ ਗਿਆ, ਹੂੰ, ਇਹਦਾ ਮਤਲਬ ਕਿਤੇ ਨਾ ਕਿਤੇ ਨੁਕਸ ਤੇ ਵੱਡਾ ਹੈ, ਗੈਪ ਤੇ ਵੱਡਾ ਹੈ। ਤੁਸੀਂ ਹੂੰ, ਲੋਕਾਂ ਨੂੰ ਜਾਂ ਤੇ ਸਿਰਫ ਚੱਲਦੀਆਂ ਫਿਰਦੀਆਂ ਵੋਟਾਂ ਸਮਝਦੇ ਆ ਜਿਨ੍ਹਾਂ 'ਚ ਜਾਨ ਨਹੀਂ ਹੈ, ਖੂਨ ਨਹੀਂ ਹੈ ਨਾ ਕਿਸੇ ਜੀ, ਕਿਸਮ ਦਾ, ਪਰ ਉਹ ਵੋਟਾਂ ਆ ਜਿਨ੍ਹਾਂ ਨੂੰ ਕਿਸੇ ਵੇਲੇ ਵੀ ਖਰੀਦਿਆ ਜਾ ਸਕਦਾ। ਜਿਵੇਂ ਭੇਡਾਂ ਤੁਰੀਆਂ ਹੂੰ, ਫਿਰਦੀਆਂ ਇੰਜ, ਇਹਦੋਂ ਵੱਧ ਤੁਸੀਂ ਕੋਈ ਉਹਨਾਂ ਨੂੰ ਸਟੇਟਸ ਨਹੀਂ ਦਿੰਦੇ। ਜਾਂ ਤੁਸੀਂ ਇਹ ਵੀ ਜੀ, ਗੱਲ ਹੈ ਕਿ ਇੰਨੇ ਡਰ ਚੁੱਕੇ ਆ ਉਹਨਾਂ ਦੇ ਇਕੱਠ ਤੋਂ ਕਿ ਜਿਹੜੇ 56 ਇੰਚ ਦਾ ਸੀਨਾ ਆ ਉਹ ਜਾਂ ਤੇ ਫਿਰ ਛੋਟਾ ਹੁੰਦਾ ਜਾ ਰਿਹਾ, ਜਾਂ ਕੋਈ ਨਾ ਕੋਈ ਕਿਤੇ ਹੂੰ, ਦਿੱਕਤ ਹੈਗੀ ਹੈ। ਤੇ ਉਹ ਜੀ, ਵੀ ਸਾਨੂੰ ਸਮਝਣ ਦੀ ਲੋੜ ਹੈ। ਨਹੀਂ ਤੇ ਐਡੇ ਐਡੇ ਵੱਡੇ ਜਿਹੜੇ ਬੁਰਸ਼ੇ ਵਰਗੇ ਕਿੱਲੇ ਲੋਹੇ ਦੇ ਐਡੇ ਐਡੇ ਰਾਤੋਂ ਰਾਤ ਡਰਦਿਆਂ ਮਾਰਿਆਂ ਲਾ ਦੇਣੇ ਕਿ ਜਿਵੇਂ ਚੀਨ ਦਾ ਹਮਲਾ ਹੋਣ ਵੇਲਾ ਹੋਵੇ। ਕੋਈ ਇੱਥੇ ਸੋਸ਼ਲ ਮੀਡੀਆ ਤੇ ਹੂੰ, ਬੜੇ ਮਜ਼ਾਕ ਚੱਲ ਰਹੇ। ਮੈਂ ਹੁਣੇ ਹੂੰ, ਚਾਹ ਲਈ ਦੁੱਧ ਲੈਣ ਗਿਆ ਸੀਗਾ ਤੇ ਉਹ ਦੁਕਾਨਦਾਰ ਕਹਿ ਰਿਹਾ, ਕਹਿੰਦਾ ਸੋਸ਼ਲ ਮੀਡੀਆ ਤੇ ਇਹ ਮਜ਼ਾਕ ਚੱਲ ਰਿਹਾ ਵੀ ਇਹ ਫਿਰ ਜਿੱਥੇ ਚੀਨ ਲਦਾਖ ਦੇ ਵਿੱਚ ਜਾਂ ਉੱਥੇ ਹੂੰ, ਅਰੁਣਾਚਲ ਪ੍ਰਦੇਸ਼ ਵੱਲ ਜਾਂ ਕਿਤੇ ਵੀ ਜਿਹੋ ਜਿਹੇ ਕਰਦੇ ਆਉਂਦੇ ਆ ਉੱਥੇ ਇਹੋ ਜਿਹੇ ਕਿੱਲੇ ਲਾ ਦਿਆ ਕਰਨ। ਫਿਰ ਕੀ ਲੋੜ ਹੈ ਤੋਪਾਂ ਦੀ, ਜਹਾਜ਼ਾਂ ਦੀ, ਹੂੰ। ਇੰਨੀਆਂ ਗੱਲਾਂ ਕਰਨ ਦੀ। ਉਹ ਆਪੇ ਉੱਤੇ ਲੋਕ ਕਿਉਂਕਿ ਮਜ਼ਾਕ ਵਾਕਈ ਉਡਾ ਰਹੇ ਇਸ ਆ। ਵੇਲੇ ਬਾਰਡਰ ਦੇ ਵਿੱਚ ਤਾਂ ਤਬਦੀਲ ਕਰ ਹੀ ਦਿੱਤਾ। ਇਦਾਂ ਲੱਗਦਾ ਕਿ ਜਿਹੜੇ ਕਿਸਾਨ ਨੇ ਉਹ ਕਿਸੇ ਅਲੱਗ ਕਹਿ ਸਕਦੇ ਆ ਕਿ ਦੇਸ਼ ਦੇ ਵਿੱਚ ਬੈਠੇ ਹੋਏ ਨੇ, ਤੇ ਸਰਕਾਰ ਜਿਹੜੀ ਭਾਰਤ ਦੀ ਹੈ ਉਹ ਕਹਿੰਦੀ ਇਹਨਾਂ ਨੂੰ ਵੜਨ ਨਹੀਂ ਦੇਣਾ ਤੇ ਕਿੱਲ ਲਗਾ ਦਿਓ ਤਾਂ ਕਿ ਇਹ ਬਿਲਕੁਲ ਐਂਟਰ ਨਾ ਹੋ ਸਕਣ। ਇਹ ਕੌਣ ਕਿਸਾਨ ਇਹਨਾਂ ਦਾ ਹੀ ਹਿੱਸਾ ਹੈ? ਇਹ ਉਹੀ ਤਾਂ ਕਿਸਾਨ ਨੇ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਨੇ, ਜਿਨ੍ਹਾਂ ਨੇ ਸਰਕਾਰ ਖੜੀ ਕੀਤੀ ਹੈ, ਤੇ ਅੱਜ ਇਹਨਾਂ ਵਾਸਤੇ ਇਸ ਤਰੀਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰੋਫੈਸਰ ਸਾਹਿਬ, ਮੈਂ ਇੱਕ ਨਿਊਜ਼ਪੇਪਰ ਦੀ ਪੋਸਟ ਵੀ ਦੇਖੀ ਸੀ ਤੇ ਸੋਸ਼ਲ ਮੀਡੀਆ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਅਜਿਹੀ ਤਸਵੀਰ ਦੇਖੀ ਸੀਗੀ ਕਿ ਜਦੋਂ ਕੈਮਰੇ ਦੀ ਫੋਟੋ ਉਸੇ ਬੈਰੀਕੇਡਿੰਗ ਦੀ ਦੂਜੀ ਸਾਈਡ ਤੋਂ ਲਈ ਗਈ ਤਾਂ ਇਦਾਂ ਲੱਗਦਾ ਸੀ, ਜਦੋਂ ਤਾਲੇ ਲਗਾਏ ਗਏ ਉਹ ਬੈਰੀਕੇਡਸ ਸਾਰੇ ਲਗਾ ਕੇ, ਤਾਂ ਇਦਾਂ ਲੱਗ ਰਿਹਾ ਸੀ ਕਿ ਸਰਕਾਰ ਨੇ ਆਪਣੇ ਆਪ ਨੂੰ ਹੀ ਜਿਹੜਾ ਹੈ ਉਹ ਨਜ਼ਰਬੰਦ ਕਰ ਲਿਆ। ਸਰਕਾਰ ਨੇ ਆਪਣੇ ਆਪ ਨੂੰ ਹੀ ਜਿਹੜਾ ਹੈ ਉਹ ਤਾਲੇ ਵਾਲੀ ਸਿਚੁਏਸ਼ਨ ਦੇ ਵਿੱਚ ਕਰ ਲਿਆ। ਬਿਲਕੁਲ ਇਹ ਡਰ ਡਰ ਪਾਓ ਆ ਨਾ ਕਿ ਕਿਤੇ ਆ ਨਾ ਜਾਣ, ਹੂੰ, ਆ ਗਏ ਜਿਵੇਂ ਹੂੰ, ਸਾਨੂੰ ਛੋਟੀਆਂ ਕਲਾਸਾਂ ਦੇ ਵਿੱਚ ਪੜਾਉਂਦੇ ਸੀ ਕਿ ਜਿਹੜੇ ਨਿਆਣੇ ਤੰਗ ਬਹੁਤ ਕਰਦੇ ਸੀ, ਰਾਤ ਨੂੰ ਸੌਂਦੇ ਨਹੀਂ ਸੀ, ਹੂੰ, ਮਾਂ-ਬਾਪ ਨੂੰ ਤੰਗ ਹੂੰ, ਕਰਦੇ ਸੀ ਤੇ ਰੋਟੀ ਤੇ ਹੁੰਦੀ ਨਹੀਂ ਸੀ ਪੂਰੀ ਖਵਾਉਣ ਲਈ ਮਾਂ-ਬਾਪ ਨੂੰ। ਕਈਆਂ ਮਾਵਾਂ ਨੂੰ ਦੁੱਧ ਹੂੰ, ਵੀ ਘੱਟ ਆਉਂਦਾ ਸੀ ਪਿਆਉਣ ਲਈ, ਫਿਰ ਉਹ ਡਰਾ ਕੇ ਸਵਾਉਂਦੀਆਂ ਸੀ ਤੇ ਕਹਿੰਦੀਆਂ ਕੀ ਸੀ, ਆ ਗਿਆ ਹਰੀ ਸਿੰਘ ਨਲੂਆ। ਹੂੰ, ਜਿਹੜਾ ਸਿੱਖ ਜਰਨੈਲ ਸੀ, ਉਹਦੇ ਤੋਂ ਇੰਨੀ ਉਹਦੀ ਦਹਿਸ਼ਤ ਸੀਗੀ ਨਾ ਵੀ ਆ ਗਿਆ। ਜੀ, ਇਹ ਜਿਹੜਾ ਮੈਨੂੰ ਲੱਗਦਾ ਮੋਦੀ ਹੁਣਾਂ ਨੂੰ, ਸਰਕਾਰ ਨੂੰ, ਇਹਨਾਂ ਨੂੰ ਲੱਗਦਾ ਆ ਗਏ ਕਿਸਾਨ, ਆ ਗਏ ਕਿਸਾਨ। ਉਹ ਡਰਦੇ ਮਾਰੇ ਉਹਨਾਂ ਹੂੰ, ਨੂੰ ਵੀ ਸਾਨੂੰ ਤੇ ਰਾਤ ਨੂੰ ਡਰ ਲੱਗਦਾ, ਨੀਂਦ ਨਹੀਂ ਆਉਂਦੀ ਰਾਤ ਨੂੰ, ਸੁੱਤੇ ਪਿਆ ਹੂੰ, ਇਉਂ ਲੱਗਦਾ ਕਿ ਬੂਹੇ ਖੜਕ ਰਹੇ ਹੋਣ ਕਿ ਕੋਈ ਆ ਨਾ ਗਏ ਹੋਣ। ਜੀ, ਤੇ ਇਹਨਾਂ ਨੇ ਹੂੰ, ਹੂੰ, ਬੈਰੀਕੇਡਿੰਗ ਡਰਦੇ ਮਾਰੇ ਕਰਵਾ ਦਈਏ। ਪਰ ਮੈਂ ਤੁਹਾਨੂੰ ਇਹ ਤਾਰਾਂ ਬਾਰੇ ਨਿੱਕੀ ਜਿਹੀ ਕਹਾਣੀ ਜ਼ਰੂਰ ਦੱਸਣੀ ਚਾਹੁੰਦਾ। ਇਹ ਜੀ, ਬੜੀ ਦੁੱਖ ਹੂੰ, ਦੀ ਗੱਲ ਹੈ। ਜੇ ਤੁਸੀਂ ਵਾਹਗਾ ਬਾਰਡਰ ਤੇ ਜਾਓ ਤੇ ਇਹੋ ਜਿਹੇ ਕੰਡਿਆਲੀਆਂ ਹੂੰ, ਤਾਰਾਂ ਲੰਬੇ ਦੂਰ ਤੱਕ ਪੰਜਾਬ ਦੇ ਬਾਰਡਰ ਤੇ ਪਾਕਿਸਤਾਨ ਦੇ ਨਾਲ ਨਾਲ ਦਿਖਦੀਆਂ। ਇੱਕ ਜੀ, ਤੇ ਇਹ ਬਿਲਕੁਲ, ਅਫਸੋਸਜਨਕ ਗੱਲ ਹੈ ਕਿ ਇਹ ਪਾਕਿਸਤਾਨੀਆਂ ਜੀ, ਜਿਹੜੀਆਂ ਤੁਸੀਂ ਏਡੀਆਂ ਜ਼ਬਰਦਸਤ ਕੰਡਿਆਲੀਆਂ ਤਾਰਾਂ ਲਾ ਰਹੇ, ਹੂੰ, ਇਹ ਤੇ ਆਪਣੇ ਦੇਸ਼ ਦੇ ਵਾਸੀ ਆ। ਤੁਹਾਡੇ ਲਈ ਮਾਣ ਵਾਲੀ ਹੂੰ, ਗੱਲ ਹੋਣੀ ਚਾਹੀਦੀ ਸੀ। ਇਹ ਬਹੁਤ ਹੀ ਇੱਕ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਤੁਸੀਂ ਪਹਿਲਾਂ ਵੀ ਜਦੋਂ ਗਏ ਆ ਹਰਿਆਣੇ ਥਾਣੀ, ਜਦੋਂ ਕਿਸਾਨ ਹੂੰ, ਉੱਥੇ ਬਾਰਡਰ ਤੱਕ ਪਹੁੰਚੇ, ਇਹਨਾਂ ਨੇ ਸੜਕ ਪੁੱਟ ਹੂੰ, ਕੇ ਟੋਏ ਪੁੱਟ ਦਿੱਤੇ ਸੀ ਤੇ ਉਹ ਤੇ ਕਿਸਾਨਾਂ ਨੇ ਉਹ ਤਾਂ ਹਿੰਮਤ ਹੀ ਨਹੀਂ ਸੀ ਕਿ ਸਾਰੀ ਭਰ ਕੇ ਹੂੰ, ਟੋਏ ਅੱਗੇ ਨਿਕਲ ਗਏ ਸੀਗੇ। ਇਹ ਉਦੋਂ ਵੀ ਬੈਰੀਕੇਡਿੰਗ ਕੀਤੀ ਸੀ ਪਰ ਉਹ ਐਡੀ ਜ਼ਬਰਦਸਤ ਹੂੰ, ਨਹੀਂ ਸੀ। ਹੁਣ ਤੇ ਬਿਲਕੁਲ ਸ਼ਰਮ ਹਜਾ ਲਾ ਹੀ ਦਿੱਤੀ। ਰਹੀ ਬਾਰਡਰ ਦੀ ਹੂੰ, ਗੱਲ, ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ। ਮੈਂ ਅਹਿਮਦਾਬਾਦ 3-4 ਜੀ, ਸਾਲ ਪਹਿਲਾਂ ਗਿਆ ਸੀਗਾ ਤੇ ਹੂੰ, ਮੈਂ ਉਹ ਚੀਜ਼ ਦੇਖਣੀ ਚਾਹੁੰਦਾ ਸੀ ਜਿੱਥੇ ਮੁਸਲਿਮ ਸਮੁਦਾਇ ਨੂੰ ਇਹਨਾਂ ਨੇ ਡਰਾ ਕੇ ਇੱਕ ਜਗ੍ਹਾ ਇਕੱਠਾ ਕਰਦਾ। ਜਿਵੇਂ ਸਾਊਥ ਅਫਰੀਕਾ ਬਲੈਕਸ ਨੂੰ ਗੈਟੋਆਈਜੇਸ਼ਨ ਕਹਿੰਦੇ ਕਰ ਦੇਣਾ, ਇਕੱਠੇ ਕਰਕੇ ਇੱਕ ਜਗ੍ਹਾ ਰੱਖ ਦੇਣਾ ਤਾਂ ਕਿ ਉਹ ਹੂੰ, ਉੱਥੇ ਆਪਣੇ ਆਪਸ ਵਿੱਚ ਹੀ ਲੜਦੇ ਭਿੜਦੇ ਮਰਦੇ ਇਕੱਠੇ ਰਹਿਣ ਤੇ ਬਾਕੀ ਸਮਾਜ ਨੂੰ ਹੂੰ, ਜਿਹੜੇ ਵਾਈਟਸ ਆਪਣੇ ਆਪ ਨੂੰ ਉਹਨਾਂ ਨੂੰ ਦੂਰ ਰੱਖਦੇ ਸੀ। ਉਹਨਾਂ ਨੂੰ ਜਾਣੀ ਜਿਸ ਤਰ੍ਹਾਂ ਹੂੰ, ਸਾਡੇ ਵੀ ਪਿੰਡਾਂ ਦੇ ਵਿੱਚ ਜਿਹਨੂੰ ਠੱਠੀ ਕਹਿੰਦੇ ਆ ਜਾਂ ਵਿਹੜਾ ਕਹਿੰਦੇ ਆ ਦਲਿਤਾਂ ਦਾ, ਉਹਨੂੰ ਅਲੱਗ ਰੱਖਦੇ ਸੀ, ਇੱਕ ਪਾਸੇ ਰੱਖਦੇ ਸੀ ਕਿ ਬਾਕੀ ਹੂੰ, ਸਾਰੇ ਸਮਾਜ ਦੇ ਵਿੱਚ ਉਹ ਮਿਕਸ ਅਪ ਨਾ ਹੋਣ। ਉੱਥੇ ਜਦੋਂ ਦੰਗੇ ਹੂੰ, ਹੋਏ ਤੇ ਬਹੁਤ ਸਾਰੇ ਮੁਸਲਿਮ ਸਮੁਦਾਇ ਨੇ, ਕੁਝ ਉਹਨਾਂ ਨੇ ਆਪਣੇ ਬਚਾ ਲਈ, ਕੁਝ ਇਹਨਾਂ ਕੇ ਇੱਕ ਜਗ੍ਹਾ। ਮੈਂ ਕਿਹਾ ਮੈਂ ਫਲਾਨੀ ਜਗ੍ਹਾ ਉੱਥੇ ਜਾਣਾ ਜਿੱਥੇ ਉਦੋਂ ਦੰਗਾ ਹੋਇਆ ਸੀ। ਕਹਿੰਦੇ ਜੀ ਬਾਰਡਰ ਪਾਰ ਜਾਣਾ। ਮੈਂ ਕਿਹਾ ਨਹੀਂ, ਬਾਰਡਰ ਪਾਰ ਹੂੰ, ਨਹੀਂ ਮੈਂ ਜਾਣਾ, ਮੈਂ ਤੇ ਇੱਥੇ ਅਹਿਮਦਾਬਾਦ ਦੇ ਅੰਦਰ ਹੀ ਜਾਣਾ। ਕਹਿੰਦੇ ਜੀ ਉਹਨੂੰ ਬਾਰਡਰ ਹੀ ਹੂੰ, ਕਹਿੰਦੇ ਆ। ਕਹਿੰਦੇ ਜਦੋਂ ਸਾਡੀ ਹੂੰ, ਲੜਾਈ ਹੁੰਦੀ ਆ ਤੇ ਉਧਰੋਂ ਇੱਧਰ ਕੋਈ ਨਹੀਂ ਜਾਂਦਾ ਤੇ ਇਧਰੋਂ ਉਧਰ ਕੋਈ ਨਹੀਂ ਜਾਂਦਾ, ਉਧਰੋਂ ਪੱਥਰ ਇੱਧਰ ਨੂੰ ਆਉਂਦੇ ਆ ਤੇ ਇਧਰੋਂ ਪੱਥਰ ਉਧਰ ਨੂੰ ਜਾਂਦੇ ਆ। ਇਹ ਜਿਹੜਾ ਹੂੰ, ਗੁਜਰਾਤ ਮਾਡਲ ਆ ਨਾ ਬਾਰਡਰ ਬਣਾਉਣ ਵਾਲਾ, ਇਹ ਹੂੰ, ਉਹਦਾ ਹੀ ਰੈਪਰਕਸ਼ਨ ਹੈਗਾ। ਮੈਂ ਤੁਹਾਨੂੰ ਸਾਰੀ ਗੱਲ ਚੰਗੇ ਤਰੀਕੇ ਨਾਲ ਸਮਝਾਤੀ ਹੈ। ਇਹਨਾਂ ਦੇ ਹੂੰ, ਮਾਈਂਡ ਦੀ ਜਿਹੜੇ ਰੂਲਿੰਗ ਅਲੀਟਸ ਇਸ ਵੇਲੇ ਸਾਡੇ ਹੈਗੇ ਆ,
ਦਿੱਲੀ 'ਚ ਬੈਠੇ ਉਹਨਾਂ ਦੀ ਟ੍ਰੇਨਿੰਗ, ਇਹਨੂੰ ਗੁਜਰਾਤ ਮਾਡਲ ਕਹਿੰਦੇ ਆ ਨਾ, ਗੁਜਰਾਤ ਜੀ ਮਾਡਲ ਬਿਲਕੁਲ। 'ਚ ਹੀ ਇਹੋ ਜਿਹੀਆਂ ਸੋਚਾਂ ਆ ਸਕਦੀਆਂ ਕਿ ਇਹਨੂੰ ਬੈਰੀਕੇਡਿੰਗ ਇਸ ਪੱਧਰ ਤੇ ਆਪਣੇ ਲੋਕਾਂ ਨੂੰ ਕਰੋ, ਉਹਨਾਂ ਤੇ ਭਰੋਸਾ ਨਾ ਕਰੋ, ਪੁਲਿਸ ਨੂੰ ਐਨ ਤੱਤ ਪਰ ਰੱਖੋ, ਜਦੋਂ ਕਿਤੇ ਮਾੜਾ ਮੋਟਾ ਵੀ ਕੁਸਕਣ ਤੇ ਭਾਵੇਂ ਡਰਦੇ ਮਾਰੇ ਗੋਲੀ ਚਲਾ ਦੇਣ, ਭਾਵੇਂ ਅੰਦਰ ਭਾਵੇਂ ਚੂਹਾ ਹੀ ਨੱਚਿਆ ਹੋਵੇ ਕੋਈ। ਮਤਲਬ ਇਹੋ ਜੀ ਪੈ ਇਸ ਬੇਵਿਸ਼ਵਾਸੀ ਦੇ ਵਿੱਚ ਦੇਸ਼ ਤੇ ਘੱਟੋ ਘੱਟ ਨਹੀਂ ਚੱਲ ਸਕਦਾ। ਤੁਸੀਂ ਕਿਸ ਤਰ੍ਹਾਂ ਦੇਸ਼ ਚਲਾਓਗੇ? ਕੋਈ ਲੋਕਤੰਤਰਿਕ ਚਿਹਰਾ ਨਹੀਂ ਨਜ਼ਰ ਆਉਂਦਾ। ਇਹ ਤੇ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ। ਜਿੱਥੇ ਜਿੱਥੇ ਫੋਟੋਆਂ ਸਾਡੇ ਇਸ ਚੈਨਲ ਤੋਂ ਲੋਕ ਦੇਖ ਰਹੇ ਹੋਣਗੇ, ਜੀ ਕੀ ਸੋਚਦੇ ਹੋਣਗੇ ਦੇਸ਼ ਬਿਲਕੁਲ ਦੇ ਬਾਰੇ ਤੇ ਕੀ ਸੋਚਦੇ ਹੋਣਗੇ ਕਿਸਾਨਾਂ ਬਾਰੇ? ਹਾਂਜੀ। ਬਿਲਕੁਲ। ਇਹ ਦੇਖੋ ਪ੍ਰੋਫੈਸਰ ਸਾਹਿਬ, ਤਸਵੀਰਾਂ ਜਿਹੜੀਆਂ ਚੱਲ ਰਹੀਆਂ ਨੇ ਸਾਡੀ ਟੀਵੀ ਸਕਰੀਨ ਦੇ ਉੱਤੇ, ਇਹ ਦੇਖੋ ਜਿਹੜੀ ਭੀੜ ਇੰਨੀ ਇਕੱਠੀ ਕੀਤੀ ਗਈ ਔਰ ਪੈਰਾਮਿਲਟਰੀ ਫੋਰਸ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਹੁੰਚਾ ਦਿੱਤੀ ਗਈ ਹੈ। ਔਰ ਜਦੋਂ ਕੱਲ ਵੀ ਮੈਂ ਦੇਖ ਰਹੀ ਸੀਗੀ ਕਈ ਥਾਵਾਂ ਦੇ ਉੱਤੇ, ਇੱਕ ਸਾਈਡ ਦੇ ਉੱਤੇ ਕਿਸਾਨ ਨੇ, ਇੱਕ ਸਾਈਡ ਦੇ ਉੱਤੇ ਜਿਹੜਾ ਹੈ ਮਿਲਟਰੀ ਵਾਲੇ ਪੈਰਾਮਿਲਟਰੀ ਫੋਰਸ ਜਿਹੜੀ ਹੈ ਖੜੀ ਕੀਤੀ ਗਈ, ਤੇ ਵਿੱਚ ਥੋੜਾ ਜਿਹਾ ਸਪੇਸ ਛੱਡਿਆ ਗਿਆ, ਬੈਰੀਕੇਡਿੰਗ ਕੀਤੀ ਗਈ ਹੈ, ਰੋਕਿਆ ਗਿਆ। ਤੇ ਹਾਲਾਂਕਿ ਠੀਕ ਹੈ, ਕੱਲ ਇਹ ਗੱਲ ਨਿਕਲ ਕੇ ਸਾਹਮਣੇ ਆਈ ਵੀ ਜੀ ਉਹ ਸੌਂਗ ਇਦਾਂ ਦੇ ਲਗਾ ਰਹੇ ਨੇ ਲਾਊਡ ਸਪੀਕਰ ਦੇ ਉੱਤੇ, ਇਦਾਂ ਦੇ ਗੀਤ ਵਜਾਏ ਜਾ ਰਹੇ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਆ ਕਿਸਾਨਾਂ ਨੂੰ ਪ੍ਰਵੋਕਡ ਕਰ ਰਹੇ ਨੇ। ਹਾਲਾਂਕਿ ਅੱਜ ਜਦੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ, ਅਸੀਂ ਥੋੜੀ ਦੇਰ ਪਹਿਲਾਂ ਦੇਖ ਰਹੇ ਸੀਗੇ ਕਿ ਪੰਧੇਰ ਹੋਣਾ ਨੇ ਵੀ ਮੀਟਿੰਗ ਕੀਤੀ ਹੈ, ਸਰਵਨ ਸਿੰਘ ਪੰਧੇਰ ਨੇ। ਸੋ ਉਹ ਕਹਿ ਰਹੇ ਸੀਗੇ ਕਿ ਉਹਨਾਂ ਨੇ ਵੈਸੇ ਹੀ ਦੇਸ਼ ਭਗਤੀ ਦੇ ਜਿਹੜੇ ਹੈ ਉਹ ਗੀਤ ਲਗਾਏ ਹੋਏ ਸੀ, ਔਰ ਇਹ ਗੱਲ ਖੁਦ ਪੁਲਿਸ ਵਾਲਿਆਂ ਨੇ ਆ ਕੇ ਉਹਨਾਂ ਨੂੰ ਕਹੇ ਵੀ ਅਸੀਂ ਵੈਸੇ ਹੀ ਲਗਾਏ ਨੇ ਦੇਸ਼ ਭਗਤੀ ਦੇ ਗੀਤ। ਤੇ ਪਰ ਉਹ ਅੱਜ ਜਿਹੜੇ ਨੇ ਉਹ ਬੰਦ ਵੀ ਕਰ ਦਿੱਤੇ ਗਏ ਜਦੋਂ ਕਿਸਾਨਾਂ ਨੇ ਆਬਜੈਕਸ਼ਨ ਇਸ ਸਟੇਜ ਤੇ ਜਤਾਈ ਹੈ ਵੀ ਅਸੀਂ ਆਪਣਾ ਰਹਿ ਰਸ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ ਔਰ ਸਾਨੂੰ ਥੋੜੀ ਜਿਹੀ ਸ਼ਾਂਤੀ ਦੀ ਵੀ ਲੋੜ ਹੈ। ਤੇ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਕਰ ਵੀ ਦਿੱਤੇ ਗੀਤ ਬੰਦ, ਜਿਹੜੇ ਲਾਊਡ ਸਪੀਕਰ ਲਗਾਇਆ ਹੋਇਆ ਸੀ ਉਹ ਬੰਦ ਕਰ ਦਿੱਤਾ ਪੁਲਿਸ ਵਾਲੀ ਸਾਈਡ ਦੇ ਉੱਤੇ। ਸੋ ਜੇ ਪੁਲਿਸ ਆ ਕੇ ਗੱਲਬਾਤ ਵੀ ਕਰ ਰਹੀ ਹੈ ਨਾ, ਔਰ ਸਿਚੁਏਸ਼ਨ ਜਿਹੜੀ, ਜੇ ਗੀਤਾਂ ਤੋਂ ਆਬਜੈਕਸ਼ਨ ਲੱਗੇ ਕਿਸਾਨਾਂ ਨੂੰ, ਤਾਂ ਉਹਨਾਂ ਨੇ ਕਿਤੇ ਨਾ ਕਿਤੇ ਉਹ ਵੀ ਬੰਦ ਕਰ ਦਿੱਤੇ। ਸੋ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਹਜੇ ਇਦਾਂ ਦਾ ਹੈ ਨਹੀਂ ਹੈ, ਪਰ ਜਿਹੜਾ ਇਹ ਇੱਕ ਭੈ ਜਿਹਾ ਸਾਰਿਆਂ ਦੇ ਵਿੱਚ ਪੈਦਾ ਕੀਤਾ ਜਾਂਦਾ ਵੀ ਪੈਰਾਮਿਲਟਰੀ ਫੋਰਸ ਲਗਾਉਣ ਦਾ ਇੰਨਾ ਮਤਲਬ ਬਣਦਾ ਕੀ ਹੈ, ਜਦੋਂ ਪਹਿਲਾਂ ਹੀ ਕਿਸਾਨਾਂ ਨੇ ਕਹਿ ਦਿੱਤਾ ਵੀ ਅਸੀਂ ਪੀਸਫੁਲ ਐਜੀਟੇਸ਼ਨ ਕਰ ਰਹੇ ਹਾਂ, ਅਸੀਂ ਕਿਤੇ ਵੀ ਜਿਹੜਾ ਸਥਿਤੀ ਨੂੰ ਖਰਾਬ ਤਾਂ ਕਰਨ ਦਾ ਸੋਚਿਆ ਹੀ ਨਹੀਂ, ਅਸੀਂ ਤਾਂ ਆਰਾਮ ਨਾਲ ਆਪਣਾ ਬੈਠੇ ਹੋਏ ਹਾਂ। ਤਾਂ ਫਿਰ ਮੋਦੀ ਸਾਹਿਬ ਜਿਹੜਾ ਇੰਨੀ ਸਾਰੀ ਫੋਰਸ ਲਗਾ ਕੇ ਔਰ ਇੰਨੀ ਮਤਲਬ ਬੈਰੀਕੇਡਿੰਗ ਕਰਕੇ ਸਾਰੇ ਰਸਤੇ ਜਿਹੜੇ ਨੇ ਦਿੱਲੀ ਦੇ ਅੰਦਰ ਐਂਟਰ ਹੋਣ ਨੂੰ ਉਹ ਬੰਦ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ? ਦੇਖੋ ਸ਼ਹਿਰੀ, ਇਹ ਜਿਹੜੀ ਹੁਣ ਹੂੰ ਵਾਲੀ ਸਰਕਾਰ ਆ, ਖਾਸ ਕਰਕੇ ਬੀਜੇਪੀ ਦੇ ਜਿਹੜੇ ਲੀਡਰ ਆ, ਉਹਨਾਂ ਦੇ ਮਨ ਵਿੱਚ ਇੱਕ ਇਹ ਬੜੀ ਗੱਲ ਘਰ ਕੀਤੀ ਹੈ ਕਿ ਜੇ ਦੇਸ਼ ਦੇਸ਼ ਭਗਤੀ ਦਾ ਹੋਲਸੇਲ ਠੇਕਾ ਲੈ ਲਿਆ ਤਾਂ ਉਹ ਤੇ ਇਹਨਾਂ ਲੋਕਾਂ ਕੋਲ ਹੀ ਆ, ਬਾਕੀ ਤੇ ਸਾਰੇ ਗੱਦਾਰ ਹੀ ਹੈਗੇ ਆ। ਬਾਕੀ ਦੇ ਤੁਸੀਂ ਬਹੁਤਾ ਚੰਗੇ ਤਰੀਕੇ ਨਾਲ ਕਦੀ ਵੀ ਭਰੋਸਾ ਕਰ ਨਹੀਂ ਸਕਦੇ। ਇਹ ਬੜੀ ਮਤਲਬ ਅਜੀਬ ਗੱਲ ਹੈਗੀ ਆ। ਜਦ ਕਿ ਜਿਹੜੇ ਬਾਰਡਰ ਦੇ ਉੱਤੇ ਗੋਲੀਆਂ ਖਾਂਦੇ ਆ ਉਹ ਕਿਸਾਨਾਂ ਦੇ ਪੋਤੇ ਆ, ਭਾਵੇਂ ਉਹ ਹਰਿਆਣਵੀ ਹੋਣ, ਯੂਪੀ ਦੇ ਹੋਣ, ਮੱਧ ਪ੍ਰਦੇਸ਼ ਦੇ ਹੋਣ, ਕਿਤੇ ਦੇ ਵੀ ਹੋਣ। ਇੱਥੇ ਕੋਈ ਹੁਣੇ ਕੈਲਕੂਲੇਟ ਕਰਕੇ ਥੋੜੇ ਬਹੁਤ ਅਫਸਰ ਕਿਤੇ ਕਿਚਨ ਕੁਚਨ ਚ ਕੰਮ ਕਰਦੇ ਹੋਣੇ ਵਾਲਾ ਗੁਜਰਾਤੀ ਤੇ ਮੈਨੂੰ ਕੋਈ ਬਹੁਤਾ ਇਹੋ ਜਿਹਾ ਦੇਖਿਆ ਨਹੀਂ ਜਿਹੜਾ ਗੋਲੀ ਖਾਣ ਲਈ ਬਾਰਡਰ ਤੇ ਜਾਊਗਾ, ਕਿਉਂਕਿ ਕਈ ਕਿਸਮ ਦੇ ਹੁੰਦੇ ਆ ਨਾ, ਆਡਿਟ ਵਿੱਚ ਵੀ ਹੁੰਦੇ ਆ, ਫੌਜ ਦੇ ਵਿੱਚ ਵੀ ਬੜੇ ਮਹਿਕਮੇ ਹੈਗੇ, ਪਿੱਛੇ ਰਹਿ ਕੇ ਵਾਈਟ ਕਾਲਰ ਜੌਬ ਕੋਈ ਕਰਦੇ ਹੋਣਗੇ, ਤੋਪਚੀ ਨਹੀਂ ਹੋਣਗੇ ਘੱਟੋ ਘੱਟ ਜਿੱਥੇ ਤੋਪ ਚਲਾਉਣੀ ਆ ਜਾਂ ਕੋਈ ਗੋਲੇ ਸੁੱਟਣੇ ਆ, ਮਰਨ ਮਰਾਉਣ ਵਾਲੇ ਕੰਮ ਚ। ਇਸ ਲਈ ਮੈਨੂੰ ਇਹ ਲੱਗਦਾ ਕਿ ਇਸ ਕਿਸਮ ਦਾ ਜਿਹੜਾ ਦੇਸ਼ ਭਗਤੀ ਦਾ ਇਹ ਕਿ ਜਿੱਥੇ ਤੇ ਪੈਸੇ ਵਾਲੀ ਗੱਲ ਆ ਉੱਥੇ ਹਮ ਗੁਜਰਾਤੀ, ਤੇ ਜਿੱਥੇ ਗੋਲੀ ਖਾਣ ਵਾਲੇ ਆ ਉੱਥੇ ਹਮ ਪੰਜਾਬੀ, ਤੇ ਇਹ ਦੇਸ਼ ਭਗਤੀ ਫਿਰ ਕਿੰਨਾ ਕੋਲ ਹੋਈ? ਇਹ ਗੁਰਜ ਤੇ ਪੰਜਾਬੀਆਂ ਕੋਲ ਹੀ ਆ, ਜਿਹੜੇ ਅੰਨ ਵੀ ਖਿਲਾਉਂਦੇ ਆ, ਅਨਾਜ ਵੀ ਪੈਦਾ ਕਰਦੇ ਆ, ਤੇ ਬਾਰਡਰਾਂ ਦੀ ਹਰ ਹਾਲਾਤ ਦੇ ਵਿੱਚ ਬਰਫਾਨੀ ਚੋਟੀਆਂ ਹੋਣ ਜਾਂ ਭਾਵੇਂ ਉਹ ਰੇਗਿਸਤਾਨ ਹੋਵੇ, ਭਾਵੇਂ ਜਿਰਜੀ ਔਖੇ ਟੇਰਨ ਹੋਣ, ਉੱਥੇ ਜਾ ਕੇ ਕੰਮ ਕਰਦੇ ਆ। ਇਸ ਲਈ ਇਹ ਜਿਹੜਾ ਠੇਕਾ ਆਪਣੇ ਆਪ ਨੂੰ ਆਪ ਹੀ ਸੈਲਫ ਪਰਸੈਪਸ਼ਨ ਬਣਾ ਲੈਂਦੇ, ਆਪਣੀ ਆਪ ਹੀ ਇੱਕ ਕਿਸਮ ਦੀ ਧਾਰਨਾ ਬਣਾਈ ਹੈ ਕਿ ਸਾਡੇ ਨਾਲ ਭਾਰਤ ਮਾਤਾ ਦੀ ਜੈ ਕਰਕੇ ਅਸੀਂ ਤਿਰੰਗੇ ਦਾ ਬੇਹਰਮਤੀ ਜਿਹੜੀ ਹੋ ਗਈ, ਇਹਨਾਂ ਦੀ ਬੇਇੱਜ਼ਤੀ ਕਰਤੀ। ਕੋਈ ਇਹੋ ਜਿਹੀ ਗੱਲ ਹੋਈ ਨਹੀਂ। ਔਰ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਇਹ ਮਾੜੀ ਗੱਲ ਹੈ ਕਿ ਤੁਸੀਂ ਕਿਸੇ ਸਮੁਦਾਇ ਨੂੰ, ਕਿਸਾਨਾਂ ਨੂੰ ਨਿੰਦਣ ਲਈ, ਕਾਰਨਰ ਕਰਨ ਲਈ ਝੂਠ ਹੀ ਬੋਲਦੇ ਹੋ, ਸ਼ਰੇਆਮ ਝੂਠ ਬੋਲਦੇ ਹੋ।
ਜੇ ਤੁਸੀਂ ਕੋਈ ਨਾਲ ਪ੍ਰੂਫ ਦੇ ਕੇ ਦੱਸੋ ਫਿਰ ਤੇ ਗੱਲ ਮੰਨੀ ਜਾਂਦੀ। ਉਂਝ ਹੀ ਕਿਸੇ ਨੂੰ ਬ੍ਰਾਂਡ ਕਰ ਦਿਓ, ਲੇਮੈਂਟ ਕਰ ਦਿਓ ਕਿ ਉਹਦੇ ਤੇ ਅਨਸ਼ਨ ਲਾ ਦਿਓ ਕਿ ਉਹਨਾਂ ਦਾ, ਕਿਉਂਕਿ ਦੂਰ ਤੱਕ ਆ ਲੋਕ ਉਹਨਾਂ ਨੂੰ ਸੀਰੀਅਸਲੀ ਲੈਂਦੇ ਵੀ ਹੈਗੇ। ਪਰ ਜੇ ਬਾਰ-ਬਾਰ ਕੋਈ ਇਹੋ ਜਿਹੀ ਗੱਲ ਹੋਊ ਤਾਂ ਲੋਕ ਫਿਰ ਸੀਰੀਅਸਲੀ ਨਹੀਂ ਲੈਣਗੇ। ਫਿਰ ਮਨ ਕੀ ਬਾਤ ਕੋਈ ਨਹੀਂ ਸੁਣੂਗਾ। ਆਲਰੈਡੀ ਇੱਕ ਵਾਰੀ ਆਪਣੇ ਹੱਥ ਉਂਗਲਾਂ ਜਿਹੜੀਆਂ ਬੀਜੇਪੀ ਛਡਾ ਚੁੱਕੀ ਆ। ਉਹਨਾਂ ਨੇ ਆਪਣੇ ਜਿਹੜੇ ਇਹੋ ਜਿਹੀ ਜਿਹੜੀ ਵੀ ਪ੍ਰਧਾਨ ਮੰਤਰੀ ਦੀ ਸਪੀਚ ਆਉਂਦੀ ਸੀ ਜਾਂ ਕੋਈ ਐਕਸ਼ਨ ਆਉਂਦਾ ਸੀ, ਉਹਦੇ ਥੱਲੇ ਲਾਈਕ ਡਿਸਲਾਈਕ ਦੇ ਬਟਨ ਹੁੰਦੇ ਆ, ਇਹਨਾਂ ਨੂੰ ਉਹ ਬਟਨ ਹਟਾਉਣੇ ਪਏ ਸੀ। ਜਿਵੇਂ ਸਵਿਚ ਬੋਰਡ ਦੀ ਤੋੜ ਦਿਓ ਕਿਸੇ ਚੀਜ਼ ਦਾ, ਤੇ ਉਹ ਬਟਨ ਇਸ ਕਰਕੇ ਹਟਾਏ ਕਿਉਂਕਿ ਜਿਹੜੀਆਂ ਡਿਸਲਾਈਕ ਜ਼ਿਆਦਾ ਹੋਣ ਲੱਗ ਪਈਆਂ ਸੀ ਤੇ ਲਾਈਕ ਘੱਟ ਸੀਗੀਆਂ। ਉਹ ਕਿੱਥੋਂ ਨਿਕਲਦਾ ਸਾਰਾ ਕੁਝ? ਉਹ ਉੱਥੋਂ ਨਿਕਲਦਾ ਹੈ ਕਿਉਂਕਿ ਜਦੋਂ ਲੋਕਾਂ ਦਾ ਸਰਕਾਰ ਤੇ ਜਾਂ ਇਹਨਾਂ ਲੀਡਰਾਂ ਦੇ ਉੱਤੇ ਭਰੋਸਾ ਨਹੀਂ ਰਹਿੰਦਾ, ਤੇ ਫਿਰ ਤੁਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਦੇਸ਼ ਭਗਤ ਕਹੀ ਜਾਓ। ਜਿਹੜੀ ਤੁਸੀਂ ਮੈਨੂੰ ਸਵਾਲ ਕਰਦੇ ਆ, ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਉਹਦੇ ਉੱਤੇ ਕੰਮ ਕਰਕੇ ਲੋਕਾਂ ਦੇ ਦਿਲ ਨੂੰ ਜਿੱਤਣਾ ਪੈਂਦਾ ਔਰ ਉਹਨਾਂ ਲਈ ਕੁਛ ਕਾਰਗੁਜ਼ਾਰੀ ਕਰਨੀ ਪੈਂਦੀ ਹੈ, ਨਾ ਕਿ ਇਹੋ ਜਿਹਾ ਜਿਹੜਾ ਤੁਸੀਂ ਦਿਖਾ ਰਹੇ ਆ ਕਿ ਉਹਨਾਂ ਨੂੰ ਇੰਝ ਤਾੜ ਦਿਓ ਜਿਵੇਂ ਕਿ ਤੁਸੀਂ ਪ੍ਰਿਜ਼ਨਰ ਆਫ ਵਾਰ ਸਮਝੇ ਨੇ, POW ਜਿਹਨੂੰ ਕਹਿੰਦੇ ਆ, ਕਿ ਜਿਵੇਂ ਜੰਗ ਦੇ ਵਿੱਚ ਤੁਸੀਂ ਫੜੇ ਹੁੰਦੇ ਨਾ ਦੋਸ਼ੀ, ਬੰਗਲਾਦੇਸ਼ ਵੇਲੇ ਨੂੰ ਇੰਝ ਵਿੱਚ ਬੈਰੀਕੇਡਿੰਗ ਕਰ ਤੇ ਭੱਜ ਨਾ ਲੈਣ। ਇਹ ਸ਼ਰਮਿੰਦਗੀ ਵਾਲੀ ਗੱਲ ਹੈ। ਨੱਕ ਡਬੋ ਕੇ ਆਪਣੇ ਆਪ ਨੂੰ ਮਾਰਨ ਵਾਲੀ ਗੱਲ ਹੈ। ਚੱਪਣੀ ਚ ਪਾਣੀ ਕਹਿੰਦੇ ਨੇ ਨਾ, ਚੱਪਣੀ ਚ ਨੱਕ ਡੋਬ ਕੇ ਮਰ ਜਾ, ਉਹੋ ਜਿਹੀ ਗੱਲ ਹੈਗੀ ਆ। ਮੈਂ ਕਿਸੇ ਨੂੰ ਇਹੋ ਜਿਹੇ ਤਾਨੇ ਮੇਣੇ ਨਹੀਂ ਮਾਰ ਰਿਹਾ। ਮੈਂ ਖੁਦ ਆਪ ਸ਼ਰਮਿੰਦਾ ਤੇ ਉਹਨਾਂ ਨੂੰ ਪਰੇਸ਼ਾਨ ਕਰ, ਔਰ ਦੂਸਰਿਆਂ ਨੂੰ ਇਹ ਸਮਝਣਾ ਕਿ ਇਹ ਕਿਸੇ ਵੇਲੇ ਵੀ ਕੋਈ ਕੋਤਾਹੀ ਕਰ ਸਕਦੇ ਆ, ਇਹ ਗਲਤੀਆਂ ਦੇ ਪੁਤਲੇ, ਇਹ ਗਲਤ ਗੱਲ ਹੈਗੀ। ਹਾਂਜੀ जी बिल्कुल बिल्कुल। प्रोफेसर साहब, थोड़ी जी थोड़ी आवाज़ रुक रुक के आ रही है। आई थिंक नेटवर्क का थोड़ा इशू हो रहा है, पर जो मेरी आवाज़ थोड़े तक पहुंच रही है तो प्रोफेसर साहब, राकेश टिकैत के मामले का मैं सवाल करना चाहांगी। राकेश टिकैत ने अपनी गल रखी है मीडिया के मुखातिब होके। वो कहते ने भी लोग कह रहे हैं कि शायद मैं एक बड़ा लीडर बन के उभर रहा। जिस तरीके नाल असीं सारिਆਂ ने देखिਆ कि राकेश टिकैत जिन्ने भावुक हो चुके ਸੀਗੇ, सो मीडिया ਦੇ ਵਿੱਚ ਸੁਰਖੀਆਂ ਰਾਕੇਸ਼ ਟਿਕੈਤ ਬਣੇ, ਪਰ ਉਹਨਾਂ ਨੂੰ ਕਿਸੇ ਤਰੀਕੇ ਨਾਲ ਹੋਰ ਹੈਡਲਾਈਨਸ ਕੁਝ ਵੀ ਬਣਨ ਲੱਗ ਗਈਆਂ ਵੀ ਰਾਕੇਸ਼ ਟਿਕੈਤ ਜਿਹੜੇ ਨੇ ਹੁਣ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਦੇਖੇ ਜਾ ਰਹੇ ਨੇ, ਆਗੂ ਦੇ ਤੌਰ ਤੇ ਦੇਖੇ ਜਾ ਰਹੇ ਨੇ। ਸਾਰੇ ਕਿਸਾਨ ਜਿਹੜੇ ਇਸ ਜਥੇਬੰਦੀ ਦੀ ਅਗਵਾਈ ਜਿਹੜੀ ਹੈ, ਏਦਾਂ ਲੱਗ ਰਿਹਾ ਵੀ ਰਾਕੇਸ਼ ਟਿਕੈਤ ਹੀ ਕਰ ਰਹੇ ਨੇ। ਤਾਂ ਉਹਨਾਂ ਨੇ ਮੀਡੀਆ ਤੇ ਮੁਖਾਤਿਬ ਹੋਏ ਰਾਕੇਸ਼ ਟਿਕੈਤ ਨੇ ਇਹ ਗੱਲ ਕਲੀਅਰ ਕੀਤੀ ਹੈ। ਉਹ ਕਹਿੰਦੇ ਵੀ ਮੈਂ ਇੱਕ ਉਵੇਂ ਹੀ ਜਿਵੇਂ ਲੀਡਰ ਕਿਸਾਨ ਆਗੂ ਦੇ ਰੂਪ ਦੇ ਵਿੱਚ ਇੱਥੇ ਆਇਆ ਸੀ, ਮੈਂ ਉਵੇਂ ਹੀ ਅੱਜ ਆ, ਵੀ ਮੇਰੀ ਅਜਿਹੀ ਕੋਈ ਮਨਸ਼ਾ ਨਹੀਂ ਹੈ। ਸੋ ਇਹ ਪ੍ਰੋਫੈਸਰ ਸਾਹਿਬ, ਜਦੋਂ ਵੀ ਕੋਈ ਥੋੜਾ ਜਿਹਾ ਅੱਗੇ ਆਉਂਦਾ ਹੈ ਜਾਂ ਕਿਸੇ ਦੇ ਕੋਈ ਵੀ ਗੱਲ ਇੱਕ ਹੈਡਲਾਈਨ ਬਣ ਜਾਂਦੀ ਹੈ, ਤਾਂ ਉਸ ਤੋਂ ਬਾਅਦ ਇਹ ਕਿਉਂ ਇਹ ਗੱਲਾਂ ਨਿਕਲਣ ਲੱਗ ਜਾਂਦੀਆਂ ਨੇ ਵੀ ਹੁਣ ਮੋਰਚੇ ਦੀ ਅਗਵਾਈ ਇਹੀ ਬੰਦਾ ਕਰਦਾ ਨਜ਼ਰ ਆ ਰਿਹਾ ਹੈ। ਇਹ ਕਿਵੇਂ ਸੁਰਖੀ ਬਣ ਜਾਂਦੀ ਹੈ ਤੇ ਜਿਸ ਕਰਕੇ ਰਾਕੇਸ਼ ਟਿਕੈਤ ਨੂੰ ਸਪੈਸ਼ਲੀ ਔਨ ਏਅਰ ਹੋ ਕੇ ਉਹਨਾਂ ਨੂੰ ਆਪਣੀ ਸਫਾਈ ਦੇਣੀ ਪਈ? ਦੇਖੋ ਸ਼ਹਿਰੀ, ਇਹੀ ਤੇ ਗੱਲ ਆ ਨਾ, ਜਿੱਥੇ ਵੀ ਜਦੋਂ ਰਾਜਨੀਤਿਕ ਲੀਡਰ ਜਾਣ ਲੱਗ ਜਾਣ ਕਿਸਾਨ ਲੀਡਰ ਕੋਲ, ਤੇ ਕੋਈ ਨਾ ਕੋਈ ਨਵੀਂ ਜੋ ਚੀਜ਼ ਤੇ ਨਿਕਲਣੀ ਆ। ਜਿਹੜੇ ਉੱਥੇ ਗੇੜੇ ਵੱਜੇ ਆ ਨਾ ਜ਼ਿਆਦਾ ਵੱਡੇ ਲੀਡਰਾਂ ਦੇ, ਤੇ ਹਰ ਇੱਕ ਨੂੰ ਲੱਗਦਾ ਲੈ ਵੀ ਹੁਣ ਸੁਖਬੀਰ ਬਾਦਲ ਚਲੇ ਗਿਆ, ਜਿਹਦੇ ਚ ਕੋਈ ਡਿਪਟੀ ਚੀਫ ਮਿਨਿਸਟਰ ਸਿਸੋਦੀਆ ਚਲਾ ਗਿਆ, ਸੁਖਬੀਰ ਬਾਦਲ ਵੀ ਡਿਪਟੀ ਚੀਫ ਮਿਨਿਸਟਰ ਰਿਹਾ, ਤੇ ਇਸ ਕਰਕੇ ਹੋਰ ਬੰਦੇ ਵੀ ਬੜੇ ਲੀਡਰ ਗਏ ਆ। ਜੇ ਹੋਰ ਵੀ ਜਾਣਗੇ ਵੀ ਲੋਕ, ਤੇ ਸਾਰਿਆਂ ਨੂੰ ਲੀਡਰਾਂ ਦੀਆਂ ਬਾਰ-ਬਾਰ ਜਾਣ ਤੋਂ ਐਂ ਲੱਗਾ ਕਿ ਲਓ ਜੀ ਹੁਣ ਸਾਰੇ ਲੀਡਰ ਆ ਇਹਦੇ। ਜਿਹੜੇ ਪਹਿਲਾਂ ਡਾਕਟਰ ਦਰਸ਼ਨਪਾਲ ਸੀ ਜਾਂ ਜੋਗਿੰਦਰ ਅਗਰਾਹਾਂ ਸੀਗੇ, ਉਹ ਜਿਵੇਂ ਹੁਣ ਪੁਰਾਣੇ ਹੋ ਗਏ ਜਿਵੇਂ, ਤੇ ਉਹ ਹੁਣ ਘਸ ਗਏ ਹੁਣ, ਤੇ ਨਵਾਂ ਜਿਹੜਾ ਵੱਡਾ ਲੀਡਰ ਆਇਆ, ਉਹਨਾਂ ਨੂੰ ਇਸ ਗੱਲ ਦੀ ਤਾਂ ਕਿ ਸਫਾਈ ਦੇਣੀ ਪਈ ਕਿ ਇਸ ਤਰ੍ਹਾਂ ਨਹੀਂ ਹੈ, ਸਾਨੂੰ ਤੁਸੀਂ ਅਲੱਗ ਨਾ ਸਮਝੋ, ਸਾਡਾ ਸੰਯੁਕਤ ਕਿਸਾਨ ਮੋਰਚਾ, ਅਸੀਂ ਇਕੱਠੇ ਆ, ਜੋ ਫੈਸਲਾ ਕਰੂਗੇ ਪਹਿਲੇ ਵਾਲੇ ਲੀਡਰ ਹੀ, ਜਿਸ ਤਰ੍ਹਾਂ ਸਿੰਘ ਤੇ ਜ਼ਿਆਦਾ ਲੀਡਰ ਬੈਠੇ ਆ, ਜੋ ਅਗਵਾਈ ਦੇਣਗੇ ਉਹਦਾ ਮੈਂ ਉਸੇ ਦਾ ਹੀ ਹਿੱਸਾ ਹਾਂ। ਮੈਂ ਜਿਸ ਤਰ੍ਹਾਂ ਪਹਿਲਾਂ ਸੀ ਉਂਝ ਹੀ ਹੋਣੇ ਆ। ਇਸ ਨੂੰ ਮੈਨੂੰ ਜਾਂ ਕਿਸੇ ਕਿਸਮ ਦਾ ਕੋਈ ਬਿਲਕੁਲ ਗੈਪ ਪਾ ਕੇ ਨਹੀਂ ਦੇਖਣ ਦੀ ਲੋੜ ਹੈ। ਕੋਈ ਗੈਪ ਹੈ, ਅਸੀਂ ਇੱਕ ਮੁੱਠ ਹਾਂ ਔਰ ਸਾਡੀ ਸੰਯੁਕਤ ਲੀਡਰਸ਼ਿਪ ਹੈ, ਜਿਵੇਂ ਸੰਯੁਕਤ ਕਿਸਾਨ ਮੋਰਚਾ ਇਹੀ ਹੈ।
ਇਸ ਲਈ ਇਸ ਗੱਲ ਹੂੰ ਨੂੰ ਤੇ ਡਿਸਮਿਸ ਬਹੁਤ ਚੰਗੀ ਗੱਲ ਕੀਤੀ। ਨਾਲ ਹੀ ਇੱਕ ਜਿਹੜੀ ਧਮਕੀ ਆਪਣੇ ਢੰਗ ਨਾਲ ਸਰਕਾਰ ਨੂੰ ਉੱਥੇ ਦੇਤੀ ਕਿ ਇਹ ਵੀ ਨਾ ਕਿਸੇ ਨੂੰ ਭੁੱਲੇ ਸ਼ਾਇਦ ਇਹ ਹੁਣ ਮਾਈਲਡ ਹੋ ਗਿਆ ਜਾਂ ਥੋੜਾ ਵਿਸ਼ੀ ਵਾਸ਼ਾਂ ਕਰਨਗੇ। ਉਹਨਾਂ ਨੇ ਕਿਹਾ ਤਿਆਰ ਹੋ ਜਾਓ, ਕਿਸਾਨਾਂ ਨੂੰ ਲਲਕਾਰਿਆ ਆਪਣੇ ਫਾਲੋਅਰਸ ਨੂੰ ਕਿ ਆਪਾਂ ਹੁਣ ਘੱਟੋ ਘੱਟ ਦੀਵਾਲੀ ਇੱਥੇ ਹੀ ਮਨਾ ਕੇ ਜਾਣਾ। ਜਾਣੀ ਸਾਰੀ ਅਜੇ ਗਰਮੀਆਂ ਤੇ ਅਜੇ ਠੰਡ ਆ ਪੂਰੀ, ਸਾਰੀਆਂ ਗਰਮੀਆਂ ਤੇ ਬਿਲਕੁਲ ਸਾਰੀਆਂ ਬਰਸਾਤਾਂ ਉਦੋਂ ਬਾਅਦ ਜਦੋਂ ਨਵਾਂ ਸਿਆਲ ਆਉਣਾ ਸ਼ੁਰੂ ਹੋ ਜਾਊਗਾ ਉਦੋਂ ਅਸੀਂ ਜਾਣਾ, ਜੀ ਤੇ ਤੁਸੀਂ ਹੁਣ ਤਿਆਰ ਹੋ ਜਾਓ, ਆਪਾਂ ਇੱਥੇ ਹੀ ਬਹਿਣਾ। ਤੇ ਉਹ ਸਰਕਾਰ ਨੂੰ ਦੇਤੀ ਹੈ, ਟੇਢੇ ਢੰਗ ਨਾਲ ਸਾਰੀ ਗੱਲ ਸਮਝਾਤੀ ਹੈ ਕਿ ਜਾਂ ਤੇ ਗੱਲ ਛੇਤੀ ਛੇਤੀ ਮੰਨ ਜਾਓ, ਨਹੀਂ ਤੇ ਫਿਰ ਅਸੀਂ ਜਾਣ ਵਾਲੇ ਹੈ ਨਹੀਂ। ਤੇ ਤੁਸੀਂ ਉਹਨਾਂ ਨੂੰ ਇਹ ਵੀ ਪਤਾ ਲੱਗ ਹੀ ਗਿਆ ਕਿ ਬਾਹਰੋਂ ਤੇ ਤੁਸੀਂ ਸਾਨੂੰ ਇੱਕ ਕਿਸਮ ਦਾ ਹੁਣ ਪੱਕਾ ਜਿਹੜਾ ਕਰੇ ਹੀ ਦਿੱਤਾ, ਬੈਰੀਕੇਡਿੰਗ ਕੀਤੀ ਆ, ਹੁਣ ਘਰ ਬਣ ਗਿਆ, ਜ਼ਮੀਨ ਬਣ ਗਈ। ਅਸੀਂ ਕੋਈ ਕਹੂ ਪਤਾ ਲੱਗ ਗਿਆ ਨਾ, ਸਾਨੂੰ ਤੇ ਇਹ ਵੀ ਨਹੀਂ ਕੋਈ ਕਹੂਗਾ ਕਿ ਤੁਸੀਂ ਟ੍ਰੈਫਿਕ ਰੋਕੀ ਆ। ਉਹ ਕਹਿਣਗੇ ਅਸੀਂ ਤੇ ਰੋਕੀ ਨਹੀਂ ਆ, ਸਾਡੇ ਤੱਕ ਤੇ ਸਾਰੇ ਲੋਕ ਆਉਂਦੇ ਜਾਂਦੇ ਆ ਤੁਸੀਂ ਰੋਕੀ ਆ। ਤੇ ਇਹਨਾਂ ਨੂੰ ਕਹੋ, ਇਹਨਾਂ ਨੂੰ ਜੇ ਸੜਕ ਖੋਲ ਦੇਣ। ਅਸੀਂ ਸੜਕ ਨਹੀਂ ਹੁਣ ਰੋਕੀ, ਹੁਣ ਤੇ ਸਰਕਾਰ ਨੇ ਰੋਕੀ ਹੋਈ ਆ। ਤੇ ਪੱਕੇ ਹੀ ਡੇਰੇ ਲੱਗ ਗਏ ਆ ਉੱਥੇ। ਮੈਨੂੰ ਲੱਗਦਾ ਹੁਣ ਹੌਲੀ ਹੌਲੀ ਦੇਖਿਓ ਤੁਸੀਂ, ਲੋਕਾਂ ਨੇ ਪੱਕੇ ਘਰ ਪਾ ਕੇ ਪੱਖੇ ਪੁੱਖੇ ਲੱਗ ਜਾਣਗੇ। ਇੰਨੀ ਜਗ੍ਹਾ ਬਹੁਤ ਸੋਹਣੀ, ਵਧੀਆ ਸੋਹਣੀ ਜਗ੍ਹਾ ਆ, ਤੇ ਪੱਕੀਆਂ ਟਾਇਲਟ ਲੱਗਣ ਹੀ ਲੱਗ ਗਈਆਂ ਉੱਥੇ। ਹੋਰ ਮੈਂ ਦੇਖਿਆ ਸੀ ਇੱਕ ਦਿਨ ਜਿਹੜਾ RCC ਵਾਲਾ ਨਹੀਂ ਬਣਿਆ ਹਜੇ, ਪਰ ਇੱਟਾਂ ਵਾਲੇ ਕਮਰੇ ਕੁਮਰੇ ਪੈਣ ਲੱਗ ਗਏ ਆ। ਤੇ ਹੌਲੀ ਹੌਲੀ ਕਿਸਾਨ ਆਪਣੀਆਂ ਮੱਝਾਂ ਗਾਵਾਂ ਲੈ ਆਉਣਗੇ। ਕੀ ਕਰਨਾ ਆ ਹੁਣ? ਫਿਰ ਇੱਥੇ ਹੀ ਦੁੱਧ ਚੋਣਗੇ, ਇੱਥੇ ਹੀ ਪੀਣਗੇ, ਇੱਥੇ ਰਹਿਣਗੇ। ਇੱਥੇ ਸਕੂਲ ਖੁੱਲ ਗਏ ਆ, ਬਿਲਕੁਲ। ਉਹ ਜਿਵੇਂ ਲਾਇਬ੍ਰੇਰੀਆਂ ਕਿਹਾ ਖੁੱਲ ਜਾ ਰਿਹਾ ਸੀ ਗਈਆਂ। ਵੀ ਸਿੰਘੂ ਬਾਰਡਰ ਹੁਣ ਸਿੰਘ ਬਾਰਡਰ ਬਣ ਜਾਏਗਾ। ਹਾਂ ਬਿਲਕੁਲ ਨਹੀਂ, ਇਹ ਤੇ ਇੱਕ ਬੜੀ ਜੀ ਵੱਡਾ ਬੇਗਮਪੁਰਾ ਆ ਜਿੱਥੇ ਇੱਕ ਕਿਸਾਨ ਯੂਨੀਵਰਸਿਟੀ ਖੁੱਲੀ ਆ। ਰੋਜ਼ ਲੋਕ ਆ ਕੇ ਉੱਥੇ ਸਮਝਦੇ ਆ, ਸੋਚਦੇ ਆ, ਸਿੱਖਦੇ ਆ, ਸਿਖਾਉਂਦੇ ਆ। ਇਹ ਤੇ ਬਹੁਤ ਹੀ ਵਧੀਆ ਇੱਕ ਕਮਿਊਨ ਟਾਈਪ ਬਣ ਗਿਆ। ਜਿਵੇਂ ਪੁਰਾਣੇ ਆਦੀਵਾਸੀ ਜਿਸ ਤਰ੍ਹਾਂ ਹੁੰਦੇ ਸੀ, ਉਹ ਸਾਰੇ ਉਹਦੇ ਚ ਕੰਮ ਕਰਦੇ ਸੀ ਤੇ ਸਾਰੇ ਮਿਲ ਕੇ ਰਹਿੰਦੇ ਸੀ ਤੇ ਜੀ ਸਾਰੇ ਖਾਂਦੇ ਸੀ। ਨਿੱਜੀ ਜਾਇਦਾਦ ਕੋਈ ਨਹੀਂ ਸੀ ਕਿਸੇ ਦੀ, ਕੁਛ ਨਿੱਜਵਾਦ ਨਹੀਂ ਸੀ। ਇਕੱਠੇ ਆ ਤੇ ਬਸ ਇਕੱਠੇ ਹੀ ਆ। ਉਹੋ ਜਿਹਾ ਇੱਕ ਬਹੁਤ ਹੀ ਭਰਾਤਰੀ ਭਾਈਚਾਰਾ ਉੱਥੇ ਬਣਿਆ। ਤੇ ਮੇਰਾ ਖਿਆਲ ਹੈ ਇਹ ਬੇਗਮਪੁਰਾ ਉੱਥੇ ਪੱਕਾ ਸ਼ਹਿਰ ਵਸ ਜੂਗਾ। ਉਹਦਾ ਨਾਂ ਤੇ ਅਸੀਂ ਰੱਖੇ ਦਿੱਤਾ, ਮੈਂ ਤੇ ਰੋਜ਼ ਕਹਿ ਦਿੰਦਾ ਇੱਕ ਅੱਧੀ ਵਾਰੀ ਕਿਤੇ ਨਾ ਕਿਤੇ। ਤੇ ਆਪੇ ਜੀ ਲੋਕੀ ਵੀ ਕਹਿਣ ਲੱਗ ਜਾਣਗੇ ਹੌਲੀ ਹੌਲੀ। ਤੇ ਕਿਸਾਨ ਯੂਨੀਵਰਸਿਟੀ ਦਾ ਕੋਰਸ ਵੀ ਸਾਰਿਆਂ ਨੂੰ ਉੱਥੇ ਜਾ ਕੇ ਕਰਨਾ ਚਾਹੀਦਾ। ਇਸ ਲਈ ਇਹ ਜਿਹੜਾ ਉਹਨਾਂ ਨੇ ਕਲੈਰੀਫਿਕੇਸ਼ਨ ਦੇਤੀ ਹੈ, ਬਹੁਤ ਚੰਗੀ ਦਿੱਤੀ ਆ। ਔਰ ਦੋਵੇਂ ਗੱਲਾਂ ਦੇ ਜਿਹੜੇ ਐਲਾਨ ਕੀਤੇ ਆ, ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜੇ ਕੋਈ ਮਾੜਾ ਮੋਟਾ ਸ਼ੱਕ ਹੋਇਆ ਵੀ ਹੋਊਗਾ ਉਹ ਦੂਰ ਹੋ ਜਾਊਗਾ। ਹਾਂਜੀ ਸ਼ਹਿਰੀ ਜੀ ਪ੍ਰੋਫੈਸਰ ਸਾਹਿਬ, ਇਸ ਵੇਲੇ ਅੱਜ ਜਿਸ ਤਰੀਕੇ ਨਾਲ ਨੋਮੀਨੇਸ਼ਨ ਦੀ ਅਸੀਂ ਗੱਲ ਕਰ ਰਹੇ ਸੀ, ਸਿਆਸਤਦਾਨਾਂ ਦੀ ਗੱਲ ਕਰ ਰਹੇ ਸੀ, ਤਾਂ ਮੈਂ ਇੱਕ ਗੱਲ ਤੁਹਾਨੂੰ ਉਦੋਂ ਪੁੱਛ ਨਹੀਂ ਪਾਈ, ਪਰ ਹੁਣ ਮੇਰੇ ਮਾਈਂਡ ਦੇ ਵਿੱਚ ਆਈ ਹੈ ਕਿ ਜਿਹੜੇ ਸੁਖਬੀਰ ਬਾਦਲ ਨੇ ਜਦੋਂ ਨੋਮੀਨੇਸ਼ਨ ਦੇ ਲਈ ਗਏ ਤਾਂ ਉਹਨਾਂ ਦਾ ਵਿਰੋਧ ਹੋਇਆ, ਕਹਿੰਦੇ ਉਹਨਾਂ ਦੇ ਉੱਤੇ ਹਮਲਾ ਹੋਇਆ। ਸੋ ਇਹ ਕੀ ਹੈ ਪੂਰੀ ਸਟੋਰੀ ਔਰ ਹੋਇਆ ਕੀ ਅੱਜ? ਤੇ ਸੁਖਬੀਰ ਬਾਦਲ ਨੇ ਤਾਂ ਕਹਿ ਦਿੱਤਾ ਵੀ ਪਹਿਲਾਂ ਕਾਂਗਰਸ ਤੇ ਇਲਜ਼ਾਮ ਲਗਾ ਰਹੇ ਸੀ, ਕਾਂਗਰਸ ਨੇ ਕਹਿ ਦਿੱਤਾ ਭਾਈ ਅਸੀਂ ਤਾਂ ਜਾਂਚ ਕਰਵਾਉਣ ਲਈ ਵੀ ਤਿਆਰ ਆ। ਕੀ ਹੋ ਗਿਆ ਅੱਜ? ਦੇਖੋ ਸ਼ਹਿਰੀ ਜਿਹੜੇ ਪੰਜਾਬ 'ਚ ਰਹਿੰਦੇ ਉਹਨਾਂ ਨੂੰ ਤੇ ਪਤਾ, ਜਿਹੜੇ ਮੇਰੇ ਭਰਾ ਅਜੇ ਥੋੜੀ ਦੇਰ ਤੱਕ ਗਏ ਹੋਣਗੇ 8-10 ਸਾਲਾਂ ਦੇ, ਉਹਨਾਂ ਨੂੰ ਵੀ ਪਤਾ। ਜਿਹੜੇ ਬਹੁਤ ਪੁਰਾਣੇ ਆ 40 ਸਾਲ ਪਹਿਲਾਂ ਦੇ ਬਾਹਰ ਗਏ, ਉਹਨਾਂ ਵੀ ਭੈਣਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਕਰਵਾ ਪਿਛਲੇ 15-20 ਸਾਲ ਤੋਂ ਕਿ ਜਿਹਦੀ ਸਰਕਾਰ ਉਹਨੇ ਹੀ ਚੋਣਾਂ ਤੇ ਕਰਾਉਂਦੇ ਆ, ਵੋਟਾਂ ਵੀ ਪਾਉਂਦੇ ਆ ਥੱਲੇ, ਭਾਵੇਂ ਪੰਚਾਇਤਾਂ ਹੋਣ ਤੇ ਭਾਵੇਂ ਅਰਬਨ ਬਾਡੀਜ਼ ਹੋਣ, ਅਰਬਨ ਲੋਕਲ ਬਾਡੀਜ਼ ਜਿਨ੍ਹਾਂ ਨੂੰ ਕਹਿੰਦੇ ਆ, ਜਿਹ 'ਚ ਕਾਰਪੋਰੇਸ਼ਨਾਂ ਵੀ ਹੈਗੀਆਂ, ਮਿਊਨਿਸਪਲ ਕਮੇਟੀਆਂ ਵੀ ਹੈਗੀਆਂ, ਜਾਣੀ ਵੱਡੀਆਂ ਕਮੇਟੀਆਂ, ਛੋਟੀਆਂ ਕਮੇਟੀਆਂ ਸਾਰੀਆਂ ਹੈਗੀਆਂ। ਉਹ ਜਿਹੜੀਆਂ ਜਦੋਂ ਚੋਣਾਂ ਹੁੰਦੀਆਂ ਤੇ ਜਿਹੜੀ ਰੂਲਿੰਗ ਪਾਰਟੀ ਉਹ ਕਹਿੰਦੀ ਕਿ ਮੈਂ ਲੁੱਟ, ਉਹਦੇ 'ਚ ਉਹਨਾਂ ਨੇ ਆਪਣੇ ਬੰਦੇ ਸੈੱਟ ਕਰਨੇ ਹੁੰਦੇ ਆ। ਕਿਸੇ ਨੂੰ ਮੇਅਰ ਬਣਾਉਣਾ, ਕਿਸੇ ਨੂੰ ਪ੍ਰਧਾਨ ਬਣਾਉਣਾ, ਕਿਸੇ ਨੂੰ ਚੇਅਰਮੈਨ ਬਣਾਉਣਾ ਕਮੇਟੀਆਂ ਦਾ, ਜ਼ਿਲ੍ਹਾ ਪ੍ਰੀਸ਼ਦਾਂ ਦਾ, ਬਲਾਕ ਸੰਮਤੀਆਂ ਦਾ। ਇਹ ਸਾਰੇ ਉਹ ਆਪਣੇ ਬੰਦੇ, ਰੂਲਿੰਗ ਪਾਰਟੀ ਜਿਹੜੀ ਉਹਨਾਂ ਨੂੰ MLA ਦੀ ਟਿਕਟ ਨਹੀਂ ਦੇ ਸਕਦੀ, ਉਹ ਫਿਰ ਇਹੋ ਜਿਹੀਆਂ ਸੈਟਿੰਗ ਕਰਨੀ ਆ। ਇਹ ਜਿਹੜੀ ਚੋਣ ਕਰਾਉਣੀ ਹੁੰਦੀ ਹੈ, ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨਹੀਂ ਕਰਾਉਣੀ ਹੁੰਦੀ, ਇਹ ਕਰਾਉਣੀ ਹੁੰਦੀ ਹੈ ਸਟੇਟ ਨੇ। ਜਿਹੜੀਆਂ ਲੋਕਲ ਬੋਡੀਜ਼ ਪੰਚਾਇਤਾਂ ਦੀਆਂ ਚੋਣਾਂ, ਇਹ ਸਟੇਟ ਕਮਿਸ਼ਨ ਦਾ ਜ਼ਿੰਮੇਵਾਰੀ ਆ। ਤੇ ਸਟੇਟ ਕਮਿਸ਼ਨ ਥਾਨੋਂ ਹੀ ਗਿਆ ਉਸ ਕਿਸਮ ਦਾ ਕੋਈ, ਉਹ ਆਪਣੇ ਉਹਦੇ ਅੰਡਰ ਸਟੇਟ ਦੀ ਪੁਲਿਸ ਹੁੰਦੀ ਆ। ਪਰ ਪੁਲਿਸ ਦਾ ਡਿਊਲ ਰੋਲ ਹੁੰਦਾ, ਉਹ ਉਹਦੇ ਅੰਡਰ ਵੀ ਕੰਮ ਕਰਦੀ ਹੈ ਇਲੈਕਸ਼ਨ ਦੇ ਦੌਰਾਨ। ਪਰ ਕਿਉਂਕਿ ਸਟੇਟ ਕਮਿਸ਼ਨ ਆ, ਉਹ ਵੀ ਇੱਕ ਮਤਹਿਤ ਹੀ ਆਪਣੇ ਤੌਰ ਤੇ ਸਰਕਾਰ ਨੂੰ ਸਮਝਦਾ। ਤੇ ਅਲਟੀਮੇਟਲੀ ਸਾਰੀ ਪਾਵਰ ਜਿਹੜੀ ਆ ਉਹ ਜਿਹੜੇ ਮਨੀਜ ਸਰਕਾਰ, ਚੀਫ ਮਿਨਿਸਟਰ ਤੇ MLA ਕੋਲ ਹੁੰਦੀ ਹੈ। ਪ੍ਰੈਕਟੀਕਲੀ ਇਹ ਗੁੰਡਾਗਰਦੀ ਜਾਂ ਜੋ ਵੀ ਕਹੋ, ਅੱਜ ਗੋਲੀਆਂ ਵੀ ਚੱਲੀਆਂ ਤੇ 4 ਬੰਦੇ ਜ਼ਖਮੀ ਹੋਏ ਆ। ਬਾਦਲ ਦੀ ਜਿਹੜੀ ਬੁਲਟ ਪ੍ਰੂਫ ਕਾਰ ਆ
ਉਹ ਬਾਅਦ ਵਿੱਚ ਗਏ, ਉਹਦੇ ਤੇ ਅੱਜ ਪੱਥਰ ਵੱਡੀਆਂ ਵੱਡੀਆਂ ਇੱਟਾਂ ਵਗੈਰਾ ਵੱਜੀਆਂ ਆ। ਇਹ ਬੜੀ ਮਾੜੀ ਗੱਲ ਆ। ਕੋਈ ਵੀ ਹੋਵੇ, ਸੁਖਬੀਰ ਬਾਦਲ ਹੋਵੇ ਜਾਂ ਕੈਪਟਨ ਹੋਵੇ ਜਾਂ ਕੋਈ ਆਮ ਆਦਮੀ ਪਾਰਟੀ ਦਾ ਹੋਵੇ, ਇਹ ਗੁੰਡਾਗਰਦੀ ਕਰਨੀ ਜਿਹੜੀ ਆ ਇਹ ਅਤੀ ਨਿੰਦਨੀय। ਕੋਈ ਉੱਥੇ ਜੀਤਨ ਆਵਲਾ ਕੋਈ ਮੁੰਡਾ ਆ, ਉਹਨਾਂ ਦਾ ਵੱਡੇ MLA ਆ ਆਵਲਾ ਜੀ, ਉਹਨਾਂ ਦਾ ਮੁੰਡਾ ਹੈਗਾ ਅਰਵਿੰਦਰ ਆਵਲਾ, ਉਹਨਾਂ ਦਾ ਬੇਟਾ ਹੈਗਾ। ਤੇ ਇਹਨਾਂ ਨੇ ਰਲ ਕੇ ਕਹਿ ਰਹੇ ਆ ਪਰ ਉਹ ਮੁੰਡਾ ਕਾਕਾ ਤੇ ਦਿਖਦਾ ਆ ਵੀਡੀਓ ਦੇ ਵਿੱਚ ਜਿਹੜੀਆਂ ਫੋਟੋਆਂ ਆਈਆਂ। ਤੇ ਉਹਨਾਂ ਦੇ ਪਿਤਾ ਜੀ ਜਿਹੜੇ ਕਾਂਗਰਸ ਦੇ MLA ਆ, ਉਹ ਮੈਨੂੰ ਬਹੁਤੀ ਪਛਾਣ ਵੀ ਨਹੀਂ ਆ, ਮੈਨੂੰ ਨਜ਼ਰ ਨਹੀਂ ਆਏ, ਹੋਣਗੇ ਜ਼ਰੂਰ। ਇਹ ਜਿਹੜੇ ਡੰਡੇ ਵਗੈਰਾ ਵੀ ਚੱਲੇ, ਇੱਟਾਂ ਵਗੈਰਾ ਚੱਲੀਆਂ, ਗੋਲੀਆਂ ਵੀ ਚੱਲੀਆਂ, ਮਤਲਬ ਸਾਰਾ ਕੁਝ ਹੋਇਆ, ਇਹ ਅਤੀ ਨਿੰਦਨੀय। ਉਹਦੇ ਚੋਂ ਫਿਰ ਬਾਅਦ ਵਿੱਚ ਬੈਠੇ ਰਹੇ ਆ, ਅਕਾਲੀ ਦਲ ਇਕੱਠੇ ਹੋ ਕੇ ਆ ਗਏ, ਜਿਹੜੇ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਵੀ ਉਹਨਾਂ ਦੇ ਬੰਦੇ ਉੱਥੇ MLA ਕੁਛ ਸਾਹਿਬਾਨ ਆਏ ਤੇ ਉਹਨਾਂ ਨੇ ਉੱਥੇ ਧਰਨਾ ਦਿੱਤਾ। ਤੇ ਬਾਅਦ ਵਿੱਚ ਧਮਕੀ ਦਿੱਤੀ ਕਿਹਨਾਂ ਨੇ, ਸੁਖਬੀਰ ਬਾਦਲ ਨੇ ਵੀ, ਕਿ ਕੋਈ ਨਹੀਂ, ਹੋਰ 8-10 ਮਹੀਨੇ ਆ, ਸਰਕਾਰ ਬਦਲ ਜਾਣੀ ਆ, ਸਾਡੀ ਸਰਕਾਰ ਆਉਣੀ ਆ, ਤੇ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਦੇਖ ਲਾਂਗੇ ਵੀ ਇਹ ਜਿਹੜੇ ਸਾਨੂੰ ਇਸ ਵੇਲੇ ਕਾਰਨਰ ਕਰ ਰਹੇ ਆ, ਜਾਣੀ ਇੱਟਾਂ ਪੱਥਰ ਮਾਰ ਰਹੇ ਆ। ਮੈਨੂੰ ਇਹ ਬੜਾ ਅਜੀਬ ਜਿਹਾ ਲੱਗਾ ਕਿ ਇਹ ਕੋਈ ਕਰੈਕਟ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਵਾਲਾ ਰਿਸਪੌਂਸ ਨਹੀਂ। ਆਗਰੀ ਵਾਲੀ ਆ ਪੁਰਾਣੀ ਗੱਲ, ਜਿਵੇਂ ਇੱਕ ਆਦੀਵਾਸੀ ਟਰਾਈਬ ਹੁੰਦਾ ਸੀ, ਦੂਜਿਆਂ ਦੀ ਹੈਡ ਹੰਟਿੰਗ ਕਰਦਾ, ਅੱਜ ਸਿਰ ਵੱਢ ਕੇ ਲੈ ਗਏ, ਵਾਰਨੀਆਂ ਬੰਦਿਆਂ ਦੇ ਜੇ ਸਿਰ ਵੱਢ ਕੇ ਨਾ ਲਿਆਂਦੇ ਤੇ ਸਾਨੂੰ ਕੌਣ ਕਹੂਗਾ ਕਿ ਅਸੀਂ ਤਕੜੇ ਟਰਾਈਬ ਹੈਗੇ ਆ। ਇਹ ਉਸ ਕਿਸਮ ਦੀ ਮਾਨਸਿਕਤਾ ਨੂੰ ਛੱਡ ਕੇ ਸਾਡੇ ਮਾਈਂਡ ਦੇ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਇੱਕ ਇੱਜ਼ਤ ਆਉਣੀ ਚਾਹੀਦੀ ਆ। ਅਸੀਂ ਇੱਕ ਇਹੋ ਜਿਹੇ ਇੰਸਟੀਟਿਊਸ਼ਨ 'ਚ ਰਹਿ ਰਹੇ ਹਾਂ, ਸਾਡੀ ਮਾਨਸਿਕਤਾ ਤੇ ਅਜੇ ਬਹੁਤ ਹੀ ਪੁਰਾਣੀ ਪਛੜੀ ਹੋਈ, 300 ਸਾਲ 400 ਸਾਲ 500 ਸਾਲ 1000 ਸਾਲ ਪੁਰਾਣੀ ਆ। ਇਹਦੇ ਚੋਂ ਬਾਹਰ ਕਦੋਂ ਆਵਾਂਗੇ? ਟਿਟ ਫਾਰ ਟੈਟ ਵਾਲਾ, ਚੰਗਾ ਤੂੰ ਜੇ ਮੇਰੇ 4 ਮਾਰਦੇ ਮੈਂ ਤੇਰੇ 10 ਮਾਰ ਦੂੰ, ਇਹ ਛੱਡਣੀ ਚਾਹੀਦੀ ਹੈ। ਭਾਸ਼ਾ ਹੀ ਗਲਤ ਹੈਗੀ ਆ। ਕਾਂਗਰਸ ਦੇ ਬੰਦਿਆਂ ਨੇ ਤੇ ਬਹੁਤ ਮਾੜਾ ਕੀਤਾ। ਜਦੋਂ ਅਕਾਲੀਆਂ ਦਾ ਰਾਜ ਸੀ, ਉਹ ਵੀ ਇਹੋ ਜਿਹਾ ਬਥੇਰਾ ਕੁਝ ਕਰਦੇ ਸੀ। ਇਹ ਵਿਸ਼ੇ ਸਰ ਜਿਹੜਾ ਆ, ਮੈਨੂੰ ਤਾਂ ਟੁੱਟਣਾ ਚਾਹੀਦਾ। ਮੈਨੂੰ ਤਾਂ ਕਈ ਵਾਰੀ ਇੰਝ ਲੱਗਦਾ ਵੀ ਅਸੀਂ ਅਫਗਾਨਿਸਤਾਨ ਦੇ ਜਾ ਰਹੇ ਹਾਂ। ਤਾਲਿਬਾਨਾਈਜੇਸ਼ਨ ਹੈ ਪੋਲਿਟਿਕਸ ਦਾ। ਇੱਥੇ ਪੋਲੀਟੀਕਲ ਪਾਰਟੀਆਂ ਲੋਕਲ ਬਾਡੀਜ਼ ਤੇ ਪੰਚਾਇਤਾਂ 'ਚ ਲੈਣ ਕੀ ਜਾਂਦੀਆਂ? ਮਖਾਣੇ ਲੈਣ ਜਾਂਦੀਆਂ? ਮੈਨੂੰ ਇਹ ਦੱਸੋ ਪਹਿਲਾਂ। ਉੱਥੇ ਇਹਨਾਂ ਦਾ ਕੰਮ ਆ। MLA ਜਿਹੜੇ, ਜਿਨ੍ਹਾਂ ਨੂੰ ਅਸੀਂ ਵਿਧਾਇਕ ਕਹਿੰਦੇ ਆ, ਉਹਨਾਂ ਦੀ ਜਗ੍ਹਾ ਕਿਹੜੀ ਆ? ਅਸੈਂਬਲੀ। ਉੱਥੇ ਕਾਨੂੰਨ ਪਾਸ ਕਰਨੇ ਤੇ ਕਰਨ, ਲੜਨਾ ਤੇ ਲੜਨ, ਪੱਗਾਂ ਲਾਉਣੀਆਂ ਤੇ ਲਾਈ ਜਾਣ, ਮੀਡੀਆ ਦੇ ਵਿੱਚ ਆਪਣੀਆਂ ਫੋਟੋਆਂ ਖਿਚਾਉਣੀਆਂ ਤੇ ਖਿਚਾਈ ਜਾਣ। ਆਹੀ ਕੁਝ ਕਰਦੇ ਆ। ਅਸੈਂਬਲੀ ਤਾਂ ਖੋਲਦੀ ਨਹੀਂ ਬਹੁਤਾ ਦਿਨ, ਸਾਲ 'ਚ ਤਾਲਾ ਹੁੰਦਾ। 5 ਸਾਲ ਬਾਅਦ ਪੂਰੀ ਪੈਨਸ਼ਨ, ਜਿਹੜਾ 2 ਵਾਰੀ ਹੋ ਗਿਆ ਉਹਨੂੰ ਡਬਲ ਪੈਨਸ਼ਨ, ਜਿਹੜਾ 5 ਵਾਰੀ ਹੋ ਗਿਆ ਉਹਨੂੰ 25 ਸਾਲਾਂ 'ਚ 5 ਪੈਨਸ਼ਨਾਂ। ਇੱਥੇ 30 ਸਾਲ ਵਾਲੇ ਨੂੰ ਪੂਰੀ ਨਹੀਂ ਮਿਲਦੀ, ਜਿਹੜਾ ਨੌਕਰੀ ਕਰਦਾ, ਇੱਕ ਵੀ ਨਹੀਂ ਮਿਲਦੀ ਪੂਰੀ, ਉਹ ਵੀ ਕੱਟੀ ਜਾਂਦੇ ਆ। ਮੈਂ ਇਹ ਸ਼ਾਇਰੀ ਕਹਿਣਾ ਕਿ ਇਹ ਕਿੰਨੀ ਮਾੜੀਆਂ ਗੱਲਾਂ ਕਿ ਇੰਨੀਆਂ ਤੁਹਾਨੂੰ ਸੁੱਖ ਸੁਵਿਧਾ ਸਾਰੀਆਂ ਮਿਲਦੀਆਂ, ਉਹਦੇ ਬਾਵਜੂਦ ਵੀ ਤੁਸੀਂ ਪੁੱਠੇ ਕੰਮ ਕਰਦੇ ਆ। ਇਹਨਾਂ ਨੂੰ ਡੈਮੋਕ੍ਰੇਸੀ ਤੇ ਰੋਲ ਹੋਣਾ ਚਾਹੀਦਾ, ਤਾਂ ਹੀ ਲੋਕਾਂ ਦੇ, ਬਾਕੀ ਸਾਰੀ ਜਨਤਾ ਜਨਾਰਦਨ ਦਾ ਮਾਈਂਡ ਸੈਟ ਡੈਮੋਕ੍ਰੇਟਿਕ ਹੋਊਗਾ। ਲੋਕਤੰਤਰਿਕ ਕਦਰਾਂ ਕੀਮਤਾਂ ਦੇ ਵਿੱਚ ਉਹਨਾਂ ਦੀ ਇੱਕ ਇੱਜ਼ਤ ਮਾਣ ਬਣੂਗਾ। ਇਹ ਖੁਦ ਹੀ ਜੇ ਉਹਨੂੰ ਫਲਾਊਟ ਕਰਨਗੇ, ਖੁਦ ਹੀ ਗੁੰਡਾਗਰਦੀ ਤੇ ਉਤਰਨਗੇ, ਤੇ ਬਾਕੀ ਸਾਰੇ ਤੇ ਉਸੇ ਤਰ੍ਹਾਂ ਦੇ ਹੋਣਗੇ। ਜਨਤਾ ਵੋਟਰ ਵੀ ਉਹੀ ਉਹਨਾਂ ਨੂੰ ਰੋਲ ਮਾਡਲ ਬਣੂਗੀ। ਇਹ ਬਹੁਤ ਹੀ ਨਿੰਦਨੀय ਗੱਲ ਹੈਗੀ ਆ। ਔਰ ਮੈਂ ਤੇ ਜਗ੍ਹਾ ਜਗ੍ਹਾ ਜਦੋਂ ਦੇ ਇੰਸੀਡੈਂਟ ਹੋਈ ਹੈ ਸ਼ਹਿਰੀ, ਕਿ ਰਾਜਨੀਤਿਕ ਪਾਰਟੀਆਂ ਨੂੰ, ਜਿਵੇਂ ਕਿਸਾਨਾਂ ਨੇ ਇਹਨਾਂ ਨੂੰ ਦੂਰ ਰੱਖਿਆ 100 ਮੀਟਰ ਤੇ, ਮੈਂ ਕਿਹਾ ਇਸੇ ਤਰੀਕੇ ਨਾਲ ਰਾਜਨੀਤਿਕ ਪਾਰਟੀਆਂ ਨੂੰ, ਪੰਚਾਇਤਾਂ ਨੂੰ ਇਹ ਫੈਸਲਾ ਕਰਨਾ ਪਊਗਾ ਕਿ ਉਹ ਵਿੱਚ ਬਿਲਕੁਲ ਇਹਨਾਂ ਨੂੰ ਲਾਗੇ ਨਾ ਲੱਗਣ ਦੇਣ। ਸਾਰੇ ਪਿੰਡਾਂ 'ਚ ਇਹਨਾਂ ਨੇ ਧੜੇਬੰਦੀ ਕੀਤੀ ਹੈ। ਕਿਤੇ ਥਾਣੇਦਾਰ, ਜਿਹਦੀ ਸਰਕਾਰ ਆਉਂਦੀ ਆ, ਉਹ ਦੂਜੇ ਧੜੇ ਦੇ ਥਾਣੇਦਾਰ ਰਾਹੀਂ, ਆਪਣੇ ਥਾਣੇਦਾਰ ਰਾਹੀਂ ਕਟਾਉਂਦਾ ਆ, ਆਪਣੀ ਮਰਜ਼ੀ ਦਾ ਥਾਣੇਦਾਰ ਲਿਆਉਂਦਾ ਆ, ਝੂਠੇ ਕੇਸ ਬਣਾਉਂਦੇ ਆ, ਕੁਛ ਇੱਥੇ ਚੱਲੀ ਜਾਂਦਾ। ਤੇ ਜਿਹੜੀ 73ਵੀਂ ਤੇ 74ਵੀਂ ਸੋਧ ਹੋਈ ਸੀ ਸੰਵਿਧਾਨ ਦੀ, ਡਿਪਾਰਟਮੈਂਟ ਆ ਪੰਚਾਇਤਾਂ ਕੋਲ, ਉਹ ਬਿਲਕੁਲ ਮਿਨਿਸਟਰੀ ਆ, ਉਹ ਕੱਲੇ ਬੰਦੇ ਦੀ ਡਿਊਟੀ ਲਾ ਸਕਦੀਆਂ। ਕੇਰਲਾ 'ਚ ਬੜਾ ਸਕਸੈਸਫੁਲ ਚੱਲ ਵੀ ਰਿਹਾ, ਸਾਡੇ ਚੱਲਣੀ ਨਹੀਂ ਦਿੰਦੇ, ਉਹਦੇ ਤੇ ਹਾਵੀ ਹੁੰਦੇ ਸਾਰਿਆਂ ਨੂੰ, ਭਾਵੇਂ ਅਰਬਨ ਲੋਕਲ ਬਾਡੀਜ਼ ਹੋਣ ਤੇ ਭਾਵੇਂ ਪੰਚਾਇਤ। ਇਹ ਇਹਨਾਂ ਨੂੰ ਤੇ ਬਿਲਕੁਲ ਬਾਹਰ ਚਾਹੀਦਾ। ਲੋਕ ਆਪ ਆਪਣੇ ਢੰਗ ਦੇ ਨਾਲ, ਜਿਹੜਾ ਸਭ ਤੋਂ ਜ਼ਿਆਦਾ ਸੇਵਾ ਕਰਦਾ, ਜਿਹੜਾ ਸਭ ਤੋਂ ਇਮਾਨਦਾਰ ਆ, ਪੜ੍ਹਿਆ ਲਿਖਿਆ ਆ, ਉਹਨਾਂ ਲਈ ਲੋਕਲ ਲੀਡਰਸ਼ਿਪ, ਜਿਹਨੂੰ ਕਮਿਊਨਿਟੀ ਲੀਡਰਸ਼ਿਪ ਕਹਿੰਦੇ ਆ ਨਾ ਜੀ, ਉਹ ਜਿਹੜਾ ਲੀਡ ਕਰਦਾ ਹੋਵੇ, ਉਹਨੂੰ ਅੱਗੇ ਲੈ ਕੇ ਆਉਣਾ। ਮੈਂ ਤੈਨੂੰ ਵਾਅਦੇ ਨਾਲ ਕਹਿਣਾ
ਕਿ ਜੇ ਪੋਲੀਟੀਕਲ ਪਾਰਟੀਆਂ ਇੱਥੋਂ ਬਾਹਰ ਚਲੇ ਜਾਣ, ਇਹਦੇ 'ਚ ਨਾ ਉਹਨਾਂ ਨੂੰ ਆਉਣ ਦਿੱਤਾ ਜਾਏ, ਤੇ 50% ਤੋਂ ਵੱਧ ਪੰਚਾਇਤਾਂ ਬਿਨਾਂ ਚੋਣ ਲੜਿਆਂ ਜਿਨ੍ਹਾਂ ਦੀ ਵਸਲੀ ਹੋ ਜਾਣਗੀਆਂ। ਲੋਕਾਂ ਦੀ ਲੜਾਈ ਕੋਈ ਨਹੀਂ, ਲੋਕਾਂ ਦੇ ਝਗੜੇ ਕਰਦੇ ਆ, ਲੋਕ ਤੇ ਕੰਮ ਚਾਹੁੰਦੇ ਆ। ਇਹ ਜਿਹੜੇ ਲੋਕ ਖੱਜਲ ਖਵਾਰ ਕਰ ਰਹੇ ਆ ਲੋਕਾਂ ਨੂੰ ਪਾੜ ਕੇ ਤੇ ਆਪਣੀਆਂ ਰੋਟੀਆਂ ਸੇਕ ਰਹੇ ਰਾਜਨੀਤਿਕ, ਇਹ ਸੰਵਿਧਾਨ ਤਾਂ ਹੀ ਅਮੈਂਡਮੈਂਟ ਕੀਤਾ ਸੀ ਕਿ ਇਹ ਬਾਹਰ ਰਹਿਣ, ਇਹ ਫਿਰ ਛਾਲ ਮਾਰ ਕੇ ਵਿੱਚ ਜਾ ਵੜੇ ਆ। ਲੋਕ ਵਿਚਾਰੇ ਭੋਲੇ ਆ, ਜਦੋਂ ਇਹ ਸਿਰ ਤੇ ਆ ਕੇ ਬਹਿ ਜਾਂਦੇ ਉਹ ਬਰਦਾਸ਼ਤ ਕਰਨਾ ਪੈਂਦਾ, ਨਹੀਂ ਤੇ ਪੁਲਿਸ ਚੜਾਉਂਦੇ ਆ, ਝੂਠੇ ਕੇਸ ਬਣਾਉਂਦੇ ਆ। ਇਹ ਕੰਮ ਬਹੁਤ ਵਿਗੜਿਆ ਸ਼ਹਿਰੀ, ਇਹ ਸੁਧਰਨਾ। ਔਰ ਜੇ ਸੁਧਰ ਜਾਊਗਾ ਤੇ ਇਹ ਦੇਸ਼ ਸਾਡਾ ਇਹੋ ਹੀ ਪੰਜਾਬ ਹੋਰ ਇੱਥੇ ਜਾਣੀ ਇੱਥੇ ਦੀ ਜਨਤੰਤਰਿਕ ਲੋਕਤੰਤਰਿਕ ਕਦਰਾਂ ਕੀਮਤਾਂ ਵੀ ਮਜ਼ਬੂਤ ਹੋਣਗੀਆਂ ਤੇ ਪਾਵਰ ਵੀ, ਡੈਵੋਲੂਸ਼ਨ ਆਫ ਪਾਵਰ ਜਿਹਨੂੰ ਕਹਿੰਦੇ ਆ, ਸੱਤਾ ਦਾ ਵਿਕੇਂਦਰੀਕਰਨ ਵੀ ਹੋਊਗਾ, ਇਹ ਜਿਹੜਾ ਕਿ ਅਤੀ ਜ਼ਰੂਰੀ ਆ। ਹਾਂਜੀ ਸ਼ਹਿਰੀ ਜੀ ਬਿਲਕੁਲ ਪ੍ਰੋਫੈਸਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਹੋ। ਔਰ ਵਾਕਈ ਜਦੋਂ ਵੀ ਚੋਣਾਂ ਦਾ ਮਾਹੌਲ ਪੰਜਾਬ ਦੇ ਵਿੱਚ ਛਿੜਦਾ ਤਾਂ ਇਹੋ ਜਿਹੀਆਂ ਘਟਨਾਵਾਂ ਔਰ ਇਹੋ ਜਿਹੀਆਂ ਚੀਜ਼ਾਂ ਸ਼ੁਰੂ ਹੋ ਹੀ ਜਾਂਦੀਆਂ ਨੇ। ਅਜਿਹੇ ਦੇ ਵਿੱਚ ਇੱਕ ਪਾਸੇ ਚੋਣ ਮਾਹੌਲ ਬਣਦਾ ਜਾ ਰਿਹਾ, ਦੂਜੇ ਪਾਸੇ ਜਿਸ ਤਰੀਕੇ ਨਾਲ ਕਿਸਾਨ ਨੇ ਉਹ ਆਪਣੇ ਅੰਦੋਲਨ ਨੂੰ ਤੇਜ਼ ਕਰ ਰਹੇ ਨੇ। ਹਾਲਾਂਕਿ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਬੈਠੇ ਹੋਏ ਨੇ ਔਰ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਕਿ ਅਕਤੂਬਰ ਤੱਕ ਦਾ ਤਾਂ ਸਮਾਂ ਲੈ ਕੇ ਚੱਲੋ, ਵੀ ਅਕਤੂਬਰ ਤੱਕ ਆਪਾਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਬਹਿਣਾ ਤੇ ਉਹਦਾ ਇੰਤਜ਼ਾਮ ਕਰ ਲਓ। ਸੋ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਜੇ ਵੀ ਜਿਹੜੀ ਸਥਿਤੀ ਹੈ ਕਿਸਾਨਾਂ ਦੀ ਵਾਲੀ ਸਾਈਡ ਤੋਂ ਜੇ ਦੇਖੀ ਜਾਏ ਤਾਂ ਕਿਸਾਨ ਤਾਂ ਡਟੇ ਹੋਏ ਨੇ। ਕੇਂਦਰ ਸਰਕਾਰ ਦੇ ਵੱਲੋਂ ਹਜੇ ਸਿਰਫ ਫੋਰਸਾਂ ਹੀ ਲਗਾਈਆਂ ਜਾ ਰਹੀਆਂ ਨੇ, ਪੈਰਾਮਿਲਟਰੀ ਫੋਰਸ ਲਗਾ ਕੇ, ਕੰਡਿਆਲੀ ਤਾਰ ਲਗਾ ਕੇ ਇੱਕ ਸਰਹੱਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਸਰਹੱਦ ਵੀ ਜਿਹੜੀ ਹੈ ਕਿਸਾਨਾਂ ਦੇ ਜੋਸ਼ ਨੂੰ ਠੰਡਾ ਨਹੀਂ ਕਰ ਪਾ ਰਹੀ ਤੇ ਇਸ ਅੰਦੋਲਨ ਨੂੰ ਜਿਹੜਾ ਹੈ ਉਸਦੀ ਰਾਹ ਜਿਹੜੀ ਅੰਦੋਲਨ ਦੀ ਨਹੀਂ ਮੋੜ ਪਾ ਰਹੀ। ਫਿਲਹਾਲ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਕੱਲ ਨਵੇਂ ਅਪਡੇਟ ਦੇ ਨਾਲ ਫਿਰ ਤੋਂ ਮੁਲਾਕਾਤ ਕਰਾਂਗੇ ਜੀ, ਨਵੀਆਂ ਗੱਲਾਂ ਬਾਤਾਂ ਕਰਾਂਗੇ ਜੀ। ਦੱਸਦੇ ਆ ਸ਼ਹਿਰੀ ਕਿ ਹਰਿਆਣੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਟਿਕਰੀ ਬਾਰਡਰ ਤੇ ਕਿਸਾਨ ਪਹੁੰਚ ਚੁੱਕੇ ਆ ਤੇ ਇਸੇ ਤਰੀਕੇ ਨਾਲ ਪੱਛਮੀ ਯੂਪੀ ਤੋਂ ਜਿਹੜੇ ਜਾਟ ਕਿਸਾਨ ਆ, ਪਹਿਲਾਂ ਤੇ ਸਾਡੇ ਪੰਜਾਬੀ ਭਾਈ ਸੀਗੇ, ਹੁਣ ਯੂਪੀਆਈਟ ਜਿਹੜੇ ਜਾਟ ਹੈਗੇ ਆ ਉਹ ਵੱਡੀ ਪੱਧਰ ਤੇ ਉੱਥੇ ਆਪਣਾ ਮੋਰਚੇਬੰਦੀ ਉਹਨਾਂ ਨੇ ਕਰ ਲਈ ਹੈ। ਇਹ ਇੱਕ ਸਾਰੀ ਬੜੀ ਖੁਸ਼ੀ ਦੀ ਵੀ ਗੱਲ ਆ ਤੇ ਸਾਰੇ ਸਾਡੇ ਉਹਨਾਂ ਦੋਸਤਾਂ ਮਿੱਤਰਾਂ ਲਈ ਵਧਾਈ ਵਾਲੀ ਗੱਲ ਵੀ ਹੈ ਕਿ ਜਿਸ ਤਰ੍ਹਾਂ ਇੱਕ ਸੰਕਟ ਬਣਿਆ ਸੀ ਉਹ ਬੱਦਲ ਸਾਰੇ ਦੂਰ ਹੋ ਕੇ ਇੱਕ ਵਾਰ ਫਿਰ ਕਿਸਾਨ ਮੋਰਚਾ ਵੱਡੇ ਪੱਧਰ ਤੇ ਮਜ਼ਬੂਤੀ ਫੜ ਚੁੱਕਾ ਆ। ਹਾਂਜੀ ਸ਼ਹਿਰੀ, ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਰ ਤੋਂ ਕੱਲ ਨਵੇਂ ਅਪਡੇਟਸ ਦੇ ਨਾਲ ਮਿਲਾਂਗੇ। ਪ੍ਰੋਫੈਸਰ ਸਾਹਿਬ ਨੇ ਵੀ ਜਿਸ ਤਰੀਕੇ ਨਾਲ ਕਿਹਾ ਕਿ ਟਿਕਰੀ ਬਾਰਡਰ ਦੇ ਹੋਵੇ ਚਾਹੇ ਗਾਜ਼ੀਪੁਰ ਬਾਰਡਰ, ਬਹੁਤ ਸਾਰਾ ਇਕੱਠ ਉੱਤੇ ਹੁੰਦਾ ਜਾ ਰਿਹਾ, ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਲਗਾਤਾਰ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ। ਵਿਦੇਸ਼ਾਂ ਤੋਂ ਵੀ ਦੱਸਦੀ ਹੈ ਕਿ ਲਗਾਤਾਰ ਸਮਰਥਨ ਕੀਤਾ ਜਾ ਰਿਹਾ। ਸਕਾਟ ਰੋਡ ਹੈ ਸਾਡੀ ਜੀ, ਜਿੱਥੇ ਹਰ ਦਿਨ ਲੋਕ ਇਕੱਠੇ ਹੁੰਦੇ ਨੇ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ, ਸਕਾਟ ਰੋਡ ਤੇ ਇਕੱਠੇ ਹੋ ਕੇ ਹਰ ਦਿਨ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਉਹ ਰੈਲੀਆਂ ਕਰਦੇ ਨੇ ਤੇ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰ ਰਹੇ ਨੇ। ਸੋ ਕੱਲ ਫਿਰ ਤੋਂ ਨਵੀਂ ਅਪਡੇਟ ਨਾਲ ਮਿਲਾਂਗੇ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।